ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ। ਆਇਆ ਹਮੀਰ ਸਿੰਘ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਆਪਣੇ ਵਾਲੇ ਪਾਸੇ ਤਾਂ ਕੁਝ ਵੀ ਨਹੀਂ ਸਰਿਆ, ਐਵੇਂ ਸ਼ਿਕਾਇਤੋਂ ਸ਼ਿਕਾਇਤੀ ਹੋਏ ਰਹੇ ਆਪਰੇਸ਼ਨ ਲੋਟਸ ਨੂੰ ਲੈ ਕੇ। ਨਾ ਜਾਂਚ ਵਿੱਚ ਕੁਝ ਨਿਕਲਿਆ, ਪਰ ਚੰਦ ਚੜਿਆ ਪੂਰਾ ਤੇਲੰਗਾਨਾ ਦੇ ਵਿੱਚ। ਕਹਿੰਦੇ ਟੇਬਲ ਤੇ ਪੈਸੇ ਰੱਖੇ ਬੰਦੇ ਫੜ ਲਏ। ਰੌਲਾ ਵਿਰੋਧੀ ਧਿਰ ਨਾਲ ਕੇਂਦਰ ਦਾ ਲਗਾਤਾਰ ਚੱਲਦਾ ਆ ਰਿਹਾ, ਦੋਸ਼ ਬੀਜੇਪੀ ਤੇ ਆ ਰਿਹਾ। ਇਹਦੇ ਉੱਤੇ ਗੱਲ ਕਰਦੇ ਆ, ਹੁਣ ਤੱਕ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ। ਕਿੰਨੇ ਕੁ ਪੈਸੇ ਸੀ, ਕਿੰਨੇ ਕੁ ਐਮਐਲਏ ਖਰੀਦੇ ਜਾਣੇ ਸੀ। ਵੈਸੇ ਤਾਂ ਖਬਰ ਨਸ਼ਰ ਹੋ ਹੀ ਰਹੀ ਆ, ਲੇਕਿਨ ਦੂਜਾ ਮਾਮਲਾ ਵੀ ਕੇਂਦਰ ਔਰ ਸੂਬਿਆਂ ਦੇ ਟਕਰਾਅ ਨਾਲ ਜੁੜਿਆ। ਕੇਰਲ ਦੇ ਵਿੱਚ ਗਵਰਨਰ ਨੇ ਨੱਕ 'ਚ ਦਮ ਕਰ ਰੱਖਿਆ ਸਰਕਾਰ ਦਾ, ਔਰ ਉਹਨਾਂ ਨੇ ਹੁਣ ਕਿਹਾ ਵੀ ਵਿੱਤ ਮੰਤਰੀ ਹਟਾਓ, ਮੈਨੂੰ ਪਸੰਦ ਹੈ ਨਹੀਂ। ਇਹਨੂੰ ਤਾਂ ਸਟੇਟਮੈਂਟ ਦੇਣੀ ਵੀ ਨਹੀਂ ਆਉਂਦੀ, ਇਹ ਮੇਰੇ ਖਿਲਾਫ ਇਲਜ਼ਾਮ ਲਾਈ ਜਾਂਦਾ। ਹਾਲਾਂਕਿ ਕੁਝ ਵੀਸੀ ਹਟਾਉਣ ਲਈ ਸਿੱਧਿਓ ਸਿੱਧੀ ਹੋਇਆ ਪਿਆ ਕੰਮ। ਕੋਰਟਾਂ ਦੇ ਫੈਸਲੇ ਵੀ ਨਾਲ ਦੀ ਨਾਲ ਚੱਲ ਰਹੇ ਆ, ਤੇ ਪੰਜਾਬ ਦੇ ਵਿੱਚ ਵੀ ਇਹ ਟਕਰਾਅ ਜੇ ਮੁੱਕਿਆ ਨਹੀਂਗਾ। ਚਲੋ ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਉਂਦੇ ਆ, ਪਰ ਇਹਦੇ ਨਾਲ ਨਾਲ ਅਗਲੀ ਖਬਰ ਅਕਾਲੀ ਦਲ ਦੇ ਟਕਰਾਅ ਦੀ ਆ। ਜਗਮੀਤ ਸਿੰਘ ਬਰਾੜ ਕਹਿੰਦੇ ਆਪਾਂ ਦੇ ਦਿੱਤਾ ਜੇ ਨੋਟਿਸ ਦਾ ਜਵਾਬ, ਪਰ ਹੁਣ 29 ਤੇ 30 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅਕਾਲੀ ਇਕੱਠੇ ਕਰਕੇ ਆਪਾਂ ਦਵਾਈ ਦੇਾਂਗੇ ਪੰਥਕ ਏਕਤਾ ਦੀ। ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਸ਼ਤਾਬਦੀ ਨਾਲ ਜੁੜਿਆ ਹੈ, ਉੱਥੇ ਚੰਦੂਮਾਜਰਾ ਸਾਹਿਬ ਕਹਿੰਦੇ ਆ ਕਿ ਪੰਥ ਦੇ ਵੱਡੇ ਹਿੱਤਾਂ ਲਈ ਏਕਤਾ ਹੋਣੀ ਬੜੀ ਜ਼ਰੂਰੀ ਆ। ਸੁਖਬੀਰ ਸਿੰਘ ਬਾਦਲ ਆਪਣੇ ਤਰੀਕੇ ਨਾਲ ਬੜੇ ਰੋਸ ਜ਼ਾਹਰ ਕਰ ਰਹੇ ਆ। ਸਾਰੀਆਂ ਗੱਲਾਂ ਨੂੰ ਲੈਂਦੇ ਆ। ਟਕਰਾਅ ਕਾਫੀ ਹੱਦ ਤੱਕ ਵੱਧ ਗਿਆ। 9 ਤਰੀਕ ਬਹੁਤ ਕਰੂਸ਼ਲ ਆ ਅਕਾਲੀ ਦਲ ਲਈ, ਲੇਕਿਨ ਕਰੂਸ਼ਲ ਪੰਜਾਬ ਸਰਕਾਰ ਲਈ ਪੈਸੇ ਧੇਲੇ ਦਾ ਪ੍ਰਬੰਧ ਕਰਨਾ ਵੀ ਆ। ਮਾਲੀਆ ਕਾਫੀ ਪੱਧਰਾਂ ਤੇ ਘਟਿਆ, ਕਰਜ਼ਾ ਕਾਫੀ ਚੁੱਕਣਾ ਪੈ ਗਿਆ, ਲੇਕਿਨ ਇਹਦੀ ਬਹਿਸ ਕਿਤੇ ਨਹੀਂ, ਇਹਦੀ ਗੱਲ ਕਿਤੇ ਨਹੀਂ ਹੋ ਰਹੀ। ਪੰਜਾਬ ਸਰਕਾਰ ਕਿਵੇਂ ਖਰਚਾ ਚਲਾਊਗੀ? ਵੈਸੇ ਤਾਂ ਸਾਨੂੰ ਕੀ, ਜਿੱਦਾਂ ਮਰਜ਼ੀ ਚਲਾਵੇ, ਪਰ ਸਾਨੂੰ ਕੀ ਕਹਿ ਕੇ ਅਗਲੇ 50 ਸਾਲ ਪਿੱਛੇ ਇਦਾਂ ਹੀ ਲੰਘਾ ਗਏ ਤੇ ਜਾਂਦੇ ਜਾਂਦੇ ਸਾਡੇ ਸਾਰਿਆਂ ਦੇ ਸਿਰ ਤੇ ਕਰਜ਼ਾ ਪਾ ਗਏ। ਹੁਣ ਇੱਥੇ ਵੀ ਕਰਜ਼ੇ ਵਾਲੀ ਗੱਲ ਅੱਗੇ ਤੁਰ ਰਹੀ ਆ। ਸਰਦਾਰ ਹਮੀਰ ਸਿੰਘ ਜੀ, ਵੈਸੇ ਤਾਂ ਇੱਕ ਖਬਰ ਹੋਰ ਆ ਕਿ ਕਾਂਗਰਸ ਦੀਆਂ ਬੇੜੀਆਂ 'ਚ ਵੱਟੇ ਪਾ ਰਹੀ ਆ ਆਮ ਆਦਮੀ ਪਾਰਟੀ ਗੁਜਰਾਤ ਵਿੱਚ। ਇਹ ਰਿਪੋਰਟ ਨਸ਼ਰ ਹੋ ਰਹੀ ਸੀਗੀ। ਚਲੋ ਇਹਨਾਂ ਸਾਰੀਆਂ ਗੱਲਾਂ ਨੂੰ ਕਰਦੇ ਆ। ਆਮ ਆਦਮੀ ਪਾਰਟੀ ਵਾਲੇ ਪਤਾ ਨਹੀਂ ਕਿਉਂ ਹਿਮਾਚਲ ਦੇ ਵਿੱਚ ਨਜ਼ਰ ਜੇ ਨਹੀਂ ਆਉਂਦੇ, ਇਹ ਵੀ ਇੱਕ ਖਬਰ ਆ। ਪਰ ਸਭ ਤੋਂ ਪਹਿਲਾਂ ਮੈਨੂੰ ਦੱਸਿਓ, ਤੇਲੰਗਾਨਾ ਦੇ ਵਿੱਚ ਆਪਰੇਸ਼ਨ ਲੋਟਸ ਨੂੰ ਲੈ ਕੇ ਖੂਬ ਰੌਲਾ ਪਿਆ। ਰਿਪੋਰਟ ਕਰਿਓ ਜ਼ਰਾ। ਅਸਲ ਦੇ ਵਿੱਚ ਇਹ ਸ਼ਬਦ ਤਾਂ ਘੜਿਆ ਸੀ, ਮੇਰੇ ਖਿਆਲ ਹੈ ਕੇਜਰੀਵਾਲ ਉਹਨਾਂ ਨੇ, ਆਮ ਆਦਮੀ ਪਾਰਟੀ ਨੇ ਆਪਰੇਸ਼ਨ ਲੋਟਸ ਜਦੋਂ ਦਿੱਲੀ ਦੇ ਵਿੱਚ ਪਹਿਲਾਂ ਕਿਹਾ ਕਿ ਸਾਡੇ ਐਮਐਲਏ ਨੂੰ ਆਫਰ ਦਿੱਤੀ ਜਾ ਰਹੀ ਹੈ, ਫਿਰ ਪੰਜਾਬ 'ਚ ਆ ਗਿਆ ਉਹ ਘੁੰਮਦਾ ਘੁਮਾਉਂਦਾ ਲੋਟਸ, ਆਪਰੇਸ਼ਨ ਲੋਟਸ। ਤੇ ਪੰਜਾਬ ਦੇ ਵਿੱਚ ਤਾਂ ਫਿਰ ਹੌਲੀ ਹੌਲੀ ਜਦੋਂ ਦਬਾਅ ਪਿਆ, ਡੀਜੀ ਕੋਲ ਗਏ, ਉਹਨਾਂ ਨੇ ਵਿਜੀਲੈਂਸ ਨੂੰ ਜਾਂਚ ਦੇਤੀ, 2 ਵਕੀਲਾਂ ਦੇ ਨਾਂ ਵੀ ਲਏ, ਅਜੇ ਉੱਥੇ ਹੀ ਫਿਰਦਾ ਹੈ। ਮਤਲਬ ਕੋਈ ਬਹੁਤ ਜ਼ਿਆਦਾ ਕਾਰਵਾਈ ਨਹੀਂ ਅੱਗੇ ਵਧੀ। ਇੱਕ ਪੋਲੀਟੀਕਲ ਜਗਲਰੀ ਜਿਹਨੂੰ ਆਪਾਂ ਕਹਿੰਦੇ ਆਦਾਨ ਪ੍ਰਦਾਨ ਬਿਆਨਾਂ ਦਾ, ਉੱਥੇ ਤੱਕ ਸੀਮਤ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ। ਤੇ 2 ਅਸੈਂਬਲੀਆਂ 'ਚ ਉਹਨੇ ਬਹੁਮਤ ਵੀ ਸਾਬਤ ਕਰ ਲਿਆ ਵੀ ਅਸੀਂ ਇਕੱਠੇ ਆ ਜੀ, ਸਾਡਾ ਕੋਈ ਬਦਲਵਾ ਹੈ ਨਹੀਂ। ਪਰ ਤੇਲੰਗਾਨਾ ਵਾਲਿਆਂ ਨੇ ਥੋੜਾ ਜਿਹਾ ਇਦੋਂ ਅੱਗੇ ਕਰਤੀ ਗੱਲ, ਮਤਲਬ ਛਾਲ ਮਾਰ ਕੇ। ਉਹ ਕਹਿੰਦੇ ਵੀ ਅਸੀਂ ਕਰਦੇ ਵੀ ਆ, ਕਹਿੰਦੇ ਨਹੀਂ ਆ। ਭਾਵੇਂ ਬੀਜੇਪੀ ਉਹਨੂੰ ਵੀ ਇਹੀ ਕਹਿ ਰਹੀ ਹੈ ਕਿ ਆਪੀ ਬਣਿਆ ਹੋਇਆ ਡਰਾਮਾ ਹੈ। ਉਹਦੇ ਡਾਇਰੈਕਟਰ ਵੀ TRS ਦੇ ਮੁਖੀ, ਜਿਹੜੇ ਅੱਜ ਕੱਲ BRS ਬਣ ਗਈ ਹੈ, ਭਾਰਤੀ ਰਾਸ਼ਟਰੀ ਸੰਮਤੀ ਬਣ ਗਈ ਹੈ, ਪਹਿਲਾਂ TRS ਤੋਂ, ਤੇਲੰਗਾਨਾ ਰਾਸ਼ਟਰੀ ਸੰਮਤੀ ਤੋਂ। ਉਹਦੇ ਮੁਖੀ ਨੇ ਕੇ ਚੰਦਰ ਸ਼ੇਖਰ ਰਾਓ, ਜਿਹੜੇ ਮੁੱਖ ਮੰਤਰੀ ਵੀ ਨੇ ਤੇਲੰਗਾਨਾ ਦੇ, ਔਰ ਉਹ ਚੈਲੰਜ ਕਰ ਰਹੇ ਨੇ ਬੜੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ, ਬੜੇ ਖੁੱਲੇ ਰੂਪ ਦੇ ਵਿੱਚ। ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਹੈ ਕਿ ਤੇਲੰਗਾਨਾ ਦੇ ਹੈਦਰਾਬਾਦ ਤੋਂ ਥੋੜੀ ਦੂਰ ਕਿਸੇ ਫਾਰਮ ਹਾਊਸ ਤੇ ਬੰਦੇ ਆਏ, ਜਿਨ੍ਹਾਂ 'ਚ ਇੱਕ ਵਪਾਰੀ ਕਿਹਾ ਜਾਂਦਾ ਲੋਕਲ, ਤੇ ਇੱਕ ਪੁਜਾਰੀ ਕਿਹਾ ਜਾਂਦਾ ਕਿਸੇ ਹੋਰ ਸੂਬੇ ਦਾ। ਮਤਲਬ ਪ੍ਰੀਸਟ ਵੀ ਜ਼ਰੂਰ ਹੁੰਦਾ ਵਿੱਚ ਕੋਈ ਨਾ ਕੋਈ ਨਾਲ, ਸ਼ਾਇਦ ਇਹ ਕਹਿੰਦਾ ਹੋਵੇ ਵੀ ਭਗਵਾਨ ਦੀ ਇਹੀ ਮਰਜ਼ੀ ਹੈ ਤੇ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ, ਇਸ ਲੈਵਲ ਦਾ ਗੱਲ। ਤੇ ਇੱਕ ਹੋਰ ਬੰਦਾ, ਉਹ ਕਹਿੰਦੇ ਨੇ ਵੀ ਸਾਡੇ 4 ਐਮਐਲਏ ਨੂੰ, ਤੇ 3 ਬੰਦੇ ਆਏ, 250 ਕਰੋੜ ਟੇਬਲ ਤੇ ਸੀ। ਜਿਹੜਾ ਉਹਨਾਂ ਨੇ ਕਹਿਣਾ ਵੀ ਇੱਕ ਐਮਐਲਏ ਨੇ ਪੁਲਿਸ ਨੂੰ ਫੋਨ ਕਰਤਾ, ਕਮਿਸ਼ਨਰ ਨੂੰ, ਤੇ ਪੁਲਿਸ ਨੇ ਰੇਡ ਕੀਤੀ। ਮੌਕੇ ਤੇ ਜਾ ਕੇ 3 ਬੰਦੇ ਹਿਰਾਸਤ 'ਚ ਲੈ ਲਏ, ਡਿਟੇਨ ਕਰ ਲਏ, ਤੇ ਉਹ ਬੀਜੇਪੀ ਨਾਲ ਸੰਬੰਧਿਤ ਪਾਏ ਗਏ ਨੇ। 1-2 ਦੀ ਤਾਂ ਫੋਟੋ ਨਸ਼ਰ ਕੀਤੀ ਹੈ। ਇੱਕ ਫੋਟੋ ਹੈ ਰਾਜਨਾਥ ਸਿੰਘ ਨਾਲ ਖੜਾ ਬੰਦਾ, ਇੱਕ ਦੂਜੇ ਪਾਸੇ ਵੀ ਇੱਕ ਹੋਰ ਜਗ੍ਹਾ ਵੀ ਇੱਕ ਫੋਟੋ ਨਸ਼ਰ ਕੀਤੀ ਹੈ ਵੀ ਇਹ ਬੀਜੇਪੀ ਦੇ ਬੰਦੇ ਨੇ।
ਤੇ ਉਹ ਕਹਿੰਦੇ ਜਾਂਚ ਚੱਲ ਰਹੀ ਹੈ, ਅਸੀਂ ਮਿਸ਼ਨ ਲੋਟਸ ਜਿਹੜਾ ਹੈ ਉਹ ਪੂਰੀ ਤਰ੍ਹਾਂ ਮਤਲਬ ਖਾਰਜ ਕਰਤਾ ਹੈ, ਸਕਸੈਸ ਨਹੀਂ ਹੋਣ ਦਿੱਤਾ, ਸਫਲ ਨਹੀਂ ਹੋਣ ਦਿੱਤਾ। ਹੁਣ ਅਗਲੀ ਕਾਰਵਾਈ ਪੁਲਿਸ FIR ਦਰਜ ਕਰਕੇ ਉਹਦੇ ਤੋਂ ਬਾਅਦ ਉਹਨਾਂ ਬੰਦਿਆਂ ਰਾਹੀਂ ਅਗਲੀ ਜਾਂਚ ਜਿਹੜੀ ਹੈ ਉਹ ਆਰੰਭ ਹੋਗੀ। ਬੀਜੇਪੀ ਦਾ ਤੁਰੰਤ ਇਹਦੇ ਤੇ ਇੱਕ ਬਿਆਨ ਵੀ ਆਇਆ ਬੀਜੇਪੀ ਲੀਡਰਾਂ ਦਾ, ਇਹੀ ਕਿ ਇਹ ਬੀਜੇਪੀ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਬੀਜੇਪੀ ਤਾਂ ਇਹੋ ਜਿਹਾ ਕੰਮ ਹੀ ਨਹੀਂ ਕਰਦੀ। ਬੀਜੇਪੀ ਕਹਿ ਰਹੀ ਹੈ ਕਿ ਅਸਲ ਦੇ ਵਿੱਚ ਇਹਦੇ ਪ੍ਰੋਡਿਊਸਰ ਵੀ KCR ਨੇ ਤੇ ਇਹਦੇ ਮਤਲਬ ਡਾਇਰੈਕਟਰ ਵੀ ਉਹੀ ਨੇ ਤੇ ਸਾਰੀ ਫਿਲਮ ਦੀ ਐਕਟਿੰਗ ਵੀ ਉਹੀ ਕਰਾ ਰਹੇ ਨੇ ਆਪਣੇ ਬੰਦਿਆਂ ਤੋਂ, ਸਾਡਾ ਕੋਈ ਸੰਬੰਧ ਨਹੀਂ। ਫਿਲਮੀ ਅੰਦਾਜ਼ ਚ ਉਹਨਾਂ ਨੇ ਬੀਜੇਪੀ ਨੇ ਆਪਣੀ ਇੱਕ ਗੱਲ ਉਹ ਕੀਤੀ ਹੈ। ਹੁਣ ਪਤਾ ਨਹੀਂ ਉਹ ਕੌਣ ਬੰਦੇ ਨੇ, ਕਿਵੇਂ ਨੇ, ਇਸ ਲੈਵਲ ਦਾ ਕਿਵੇਂ, ਇਹਦੇ ਨਾਲ ਫਾਇਦਾ ਕੀ ਹੋਊਗਾ ਜੇ ਕੋਈ ਇੱਕ ਬੰਦਾ ਕਰੂਗਾ। ਵੈਸੇ ਉਹ ਇੱਕ ਗੱਲ ਹੈ ਵੀ ਚਲੋ ਇਹ ਸਭ ਕੁਝ ਸਪਾਂਸਰਡ ਹੋਵੇ, ਸਾਰਾ ਕੁਝ ਪੂਰਵ ਨਿਰਧਾਰਿਤ ਹੀ ਕੀਤਾ ਗਿਆ ਹੋਵੇ, ਮੰਨ ਲਓ ਮਿੱਥ ਗਈ, ਫਿਰ ਵੀ ਇੱਕ ਸਵਾਲ ਬੜਾ ਵੱਡਾ ਉੱਠ ਖੜਿਆ ਵੀ ਰੇਟ ਬੜਾ ਸਰਦਾਰ ਹਰਮੀਤ ਸਿੰਘ ਵੱਧ ਗਿਆ। ਹੁਣ ਮੋਟੇ ਜਿਹੇ ਤੌਰ ਤੇ ਵੇਖੋ ਵੀ ਜੇ ਕੱਲ ਨੂੰ ਕਿਸੇ ਦਾ ਮਨ ਵੀ ਬਣਦਾ ਹੋਵੇ ਕਿ ਮੈਨੂੰ ਯਾਰ ਕੋਈ ਆਫਰ ਕਰੋ, ਮੰਦੀ ਚੱਲਣ ਡਈ ਹੈ, ਕੋਈ MLA ਕਿਧਰੇ ਆਸ ਰੱਖ ਕੇ ਬਹਿ ਜੇ ਤੇ ਉਹ ਤਾਂ ਜਿੱਦਾਂ ਮਾਰਕੀਟ ਦੇ ਵਿੱਚ ਸੋਚੂ ਨਾ ਵੀ ਜੇ ਕਿਸੇ ਨੂੰ 10-20 ਕਰੋੜ, ਜਿੱਦਾਂ ਪੰਜਾਬ 'ਚ ਕਹਿੰਦੇ ਸੀ 20-20 ਕਰੋੜ, 25-25 ਕਰੋੜ, ਦਿੱਲੀ 'ਚ ਵੀ ਇਹੀ ਗੱਲ ਸੀ। ਹੁਣ 4 MLA 250 ਕਰੋੜ, 250 ਕਰੋੜ ਮਤਲਬ ਇਹ ਕੀਮਤ 50-60 ਕਰੋੜ ਦੇ ਕਰੀਬ ਬਣਦੀ ਆ, 60 ਤੋਂ ਵੀ ਜ਼ਿਆਦਾ, ਮੇਰੇ ਤਾਂ ਹਿਸਾਬ ਵੀ ਉਹੋ ਜਿਹਾ। ਇਹਦਾ ਮਤਲਬ ਹੈ ਕਿ ਇਹਨਾਂ ਨੇ ਕੋਈ ਵਿਕਣ ਨਹੀਂ ਦੇਣਾ। ਜਿੱਡੀ ਵੱਡੀ ਤੇਲੰਗਾਨਾ ਦੇ ਵਿੱਚ ਛਾਲ ਮਾਰੀ ਗਈ ਹੈ, ਜੇ ਇਹਦੇ 'ਚ ਸੱਚ 0.% ਨਾ ਵੀ ਹੋਵੇ ਤੇ ਫਿਰ ਵੀ ਇਸ ਗੱਲ ਦੇ ਹਿਸਾਬ ਨਾਲ ਸੁਪਨਾ ਵੱਡਾ ਪਾਲਿਆ ਗਿਆ। ਵੈਸੇ ਜੇ ਦੂਜੇ ਬੰਨੇ ਦੇਖੀਏ ਅਸਲੀਅਤ ਵਿੱਚ ਜੇ ਸੱਚ ਹੈ ਤਾਂ ਇੰਨੀ ਵੱਡੀ ਕੀਮਤ MLA ਦੀ ਲੱਗਣ ਲੱਗ ਪਈ, ਫਿਰ ਤਾਂ ਕਿਤੇ ਇਲੈਕਸ਼ਨ ਲੜ ਕੇ ਵੇਖ ਹੀ ਲੈਣੀ ਚਾਹੀਦੀ ਹੈ। ਹੁਣ ਕੀ ਕਹਿੰਦੇ ਹੋ ਜੀ? ਬਿਲਕੁਲ, ਜਿਹੜਾ ਐਡਾ ਵੱਡਾ ਜਾਤਾ, ਫਿਰ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਇਹ ਵੀ ਹੁੰਦਾ ਜਿਵੇਂ ਕੋਈ ਮਾਰਕੀਟ 'ਚ ਖਰੀਦਣ ਜਾਂਦਾ ਨਾ, ਮੱਝ ਡੰਗਰ ਇੰਨਾ ਰੇਟ ਲਾਇਆ ਹੁੰਦਾ ਵੀ ਮੁੜ ਕੇ ਕੋਈ ਵਪਾਰੀ ਆਵੇ ਹੀ ਨਾ, ਤੇ ਬੰਦਾ ਕਹੇ ਇਦੋਂ ਘੱਟ ਲੈਣੇ ਨਹੀਂ, ਮੁੜ ਕੇ ਆਵੇ ਹੀ ਨਾ। ਕਿ ਚਾਲ ਵੀ ਆਪਣੇ ਆਪ 'ਚ ਜੇ ਆਪਾਂ ਇਹ ਕਹੀਏ ਹੋਵੇ, ਪਰ ਰੇਟ ਜਿਸ ਕਦਰ ਤੱਕ ਹੈ, ਇਹਦਾ ਮਤਲਬ ਇਹ ਹੈ ਕਿ ਪੋਲਿਟਿਕਸ 'ਚ ਪੈਸਾ ਕਿੰਨਾ ਹੈ। ਫਿਰ ਬਾਕੀ ਬਿਜ਼ਨਸ ਤਾਂ ਛੱਡ ਦਿਓ, ਹੁਣ ਬਾਕੀ ਬਿਜ਼ਨਸ 'ਚ ਤਾਂ ਉਹਨਾਂ ਪੈਸੇ ਹੈ ਨਹੀਂ, ਘਾਟਾ ਪੈਣ ਦੇ ਚਾਂਸ ਨੇ। ਬੜੀਆਂ ਚੀਜ਼ਾਂ ਨੇ, ਅਜੇ ਚੱਲੇ ਜਾਂ ਨਾ ਚੱਲੇ ਬੜਾ ਮਿਹਨਤ ਕਰਨੀ ਪਊਗੀ। ਇਹ 'ਚ ਤਾਂ ਇੱਕ ਵਾਰ ਤੁਸੀਂ 10-20 ਕਰੋੜ ਰੁਪਇਆ ਖਰਚ ਕਰਕੇ ਚਾਹੇ ਕਿਸੇ ਤੋਂ ਉਧਾਰੇ ਲੈ ਕੇ ਵਿਆਜ ਤੇ ਲੈ ਕੇ ਬਣ ਜਾਓ ਤੇ ਬਾਅਦ ਦੇ ਵਿੱਚ 60-70 ਕਰੋੜ 'ਚ ਵਿਕ ਜਾਓ। ਤੇ ਜਿਹੋ ਜਿਹਾ ਹੁਣ ਸਾਡੇ ਕਦਰਾਂ ਕੀਮਤਾਂ ਨੇ, ਨਾ ਵਿਕਣ ਵਾਲਾ ਤਾਂ ਕੋਈ ਮਾਹੌਲ ਨਹੀਂ ਬਹੁਤ ਵੱਡਾ ਸਾਡੇ ਜਿਹੋ ਜਿਹਾ ਮਾਹੌਲ ਪਾਰਟੀਆਂ 'ਚੋਂ ਇੱਧਰ ਉੱਧਰ ਜਾਂਦਾ ਹੈ। ਅਸੀਂ ਅਰੁਣਾਚਲ ਪ੍ਰਦੇਸ਼ ਤੋਂ ਸ਼ੁਰੂ ਹੋ ਜਾਈਏ, ਕਰਨਾਟਕਾ ਤੋਂ, ਮਹਾਰਾਸ਼ਟਰ ਤੋਂ ਹੁੰਦੇ ਹੁੰਦੇ ਮੱਧ ਪ੍ਰਦੇਸ਼ ਤੱਕ, ਜਿੱਥੇ ਤੱਕ ਮਰਜ਼ੀ ਚਲੇ ਜਾਈਏ, ਗਿਵ ਐਂਡ ਟੇਕ ਉਹ ਸਾਰਾ ਖੇਡ ਖੇਡਿਆ ਜਾ ਰਿਹਾ ਹੈ। ਤਾਂ ਇਹ ਬੜਾ ਇੱਕ ਚਿੰਤਾਮਈ ਗੱਲ ਵੀ ਹੈ ਦੇਸ਼ ਦੇ ਵਾਸਤੇ ਕਿ ਜਦੋਂ ਹੁਕਮਰਾਨ, ਜਿਨ੍ਹਾਂ ਨੂੰ ਅਸੀਂ ਹੁਕਮਰਾਨ ਹੀ ਚੁਣਦੇ ਆ ਨਾ, ਜਦੋਂ MLA MP ਚੁਣਦੇ ਆ ਕਿ ਤੁਸੀਂ, ਇਹ MLA ਦੀ ਖੇਡ ਹੈ ਜੀ। MP ਦਾ ਤਾਂ ਰੇਟ ਪਤਾ ਨਹੀਂ ਕਿੰਨਾ ਵਗ ਗਿਆ, ਉਹ ਜ਼ਮਾਨਾ ਚਲਾ ਗਿਆ ਜਦੋਂ 1991 ਦੇ ਵਿੱਚ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣੇ। ਝਾਰਖੰਡ ਮੁਕਤੀ ਮੋਰਚੇ ਦੇ 3 ਬੰਦਿਆਂ ਨੂੰ 3-3 ਲੱਖ ਰੁਪਇਆ ਦੇਣ ਤੇ ਅਦਾਲਤਾਂ 'ਚ ਦੇਸ਼ ਦਾ ਪ੍ਰਧਾਨ ਮੰਤਰੀ ਖੜਾ ਹੁੰਦਾ ਰਿਹਾ ਜਾ ਕੇ ਕਿ ਤੁਸੀਂ ਖਰੀਦੇ ਨੇ ਕਿ ਨਹੀਂ, ਕਿਉਂਕਿ ਘੱਟ ਗਿਣਤੀ ਦੀ ਸਰਕਾਰ ਸੀ ਉਦੋਂ। 3 ਲੱਖ ਕਿੱਡਾ ਵੱਡੀ ਚੀਜ਼ ਲੱਗਦੀ ਸੀ। 3 ਲੱਖ 30 ਸਾਲ ਹੀ ਗੁਜ਼ਰੇ ਨੇ ਤੇ 3 ਲੱਖ ਦੀ ਬਜਾਏ ਹੁਣ 3 ਕਰੋੜ ਵੀ ਨਹੀਂ, 30 ਕਰੋੜ ਵੀ ਨਹੀਂ, 60 ਕਰੋੜ 70 ਕਰੋੜ ਤੇ ਕਿਸ ਲੈਵਲ ਤੇ, ਉਹ ਵੀ ਹੁਣ MLA ਦਾ ਹੋ ਗਿਆ। MP ਦਾ ਤਾਂ ਮੈਨੂੰ ਲੱਗਦਾ 100 ਕਰੋੜ ਤੋਂ 150 ਕਰੋੜ ਤੋਂ 200 ਕਰੋੜ ਤੋਂ ਵੱਧ ਜਾਊਗਾ। ਇਹ ਮੰਡੀ ਹੈ। ਇਹਦੇ ਚੋਂ ਇਹ ਸਭ ਸਾਬਤ ਹੋ ਰਿਹਾ ਕਿ ਸਾਡੀ ਸਿਆਸਤ ਇੱਕ ਮਾਰਕੀਟ ਦੀ ਤਰ੍ਹਾਂ ਹੁਣ ਵਰਤਾਰ ਕਰ ਰਹੀ ਹੈ ਤੇ ਮੰਡੀ ਦੇ ਮਾਲਕ ਪਹਿਲਾਂ ਕੋਈ ਵਿਕਣ ਜਾਂਦਾ ਤਾਂ ਖਰੀਦਣ ਵੀ ਜਾਂਦਾ ਬੰਦਾ ਉਦੋਂ ਬਾਅਦ, ਤੇ ਜਾਂ ਖਰੀਦਦਾਰ ਕਈ ਵਾਰ ਇੰਨਾ ਕੁਝ ਸੜ ਦਿੰਦਾ ਤੇ ਉਹ ਨਾ ਵਿਕਣ ਵਾਲਾ ਵੀ ਇਦਾਂ ਵੀ ਮਨ ਜਾਂ ਲਲਚਾਉਣ ਲੱਗ ਜੇ ਵੀ ਭਾਈ ਕੀ ਕਰੀਏ, ਚਲੋ ਚੱਲਦੇ ਹੀ ਆ ਉਧਰ। ਇਹਦਾ ਮਤਲਬ ਇਹ ਹੈ ਕਿ ਸਾਡੇ ਕਿਰਦਾਰ ਕੁਸ਼ੀ ਲਗਾਤਾਰ ਵੱਧ ਰਹੀ ਹੈ। ਇਹ ਮੈਨੂੰ ਤਾਂ ਲੱਗਦਾ ਕਿ ਚਿੰਤਾ ਦਾ ਵਿਸ਼ਾ ਓਵਰਆਲ ਦੇਸ਼ ਦੇ ਵਾਸਤੇ, ਜਿਹੋ ਜਿਹਾ ਅਸੀਂ ਮਾਹੌਲ ਬਣਾ ਰਹੇ ਹਾਂ। ਪਹਿਲਾਂ ਇਹ ਹਿੰਮਤ ਪੈਦਾ ਹੁੰਦੀ ਹੈ ਵੀ ਖਰੀਦਿਆ ਜਾ ਸਕਦਾ ਬੰਦਾ, ਫਿਰ ਉਸ ਤੋਂ ਬਾਅਦ ਵਿਕਣ ਵਾਲਾ ਬੋਲੀ ਤੇ ਆਉਂਦਾ ਤੇ ਫਿਰ ਉਹ ਵਿਕ ਕੇ ਵੀ ਉਹਦੀ ਇੱਜ਼ਤ ਨਹੀਂ ਘਟਦੀ, ਫਿਰ ਜਿੱਤ ਜਾਂਦੇ ਨੇ ਉਹ ਵੋਟਾਂ ਪੈ ਕੇ। ਸਮਾਜ ਦੇਖੋ ਕਿਹਾ ਜਾ ਨਹੀਂ, ਢੀਠਤਾਈ ਦਾ ਆਲਮ ਬੜਾ ਅਜੀਬ ਕਿਸਮ ਦਾ। ਜੇ ਆਪਾਂ ਬਹੁਤ ਪੁਰਾਣੀ ਗੱਲ ਕਰੀਏ ਤੇ ਇਹਦੇ ਲਈ ਹਰਿਆਣਾ ਜਾਣਿਆ ਜਾਂਦਾ ਹੁੰਦਾ ਸੀ, ਪਰ ਉਹਦੇ ਚ ਪੈਸਾ ਨਹੀਂ ਸੀ। ਉਦੋਂ ਕਹਿੰਦੇ ਹੁੰਦੇ ਸੀ ਵੀ ਗਿਆ ਰਾਮ ਆਇਆ ਰਾਮ, ਉਹ ਲਾਲਾਂ ਦੀ ਰਾਜਨੀਤੀ ਸੀ, ਬੰਸੀ ਲਾਲ, ਭਜਨ ਲਾਲ। ਲੇਕਿਨ ਉਹਦੇ ਵਿੱਚ ਵੀ ਅਸੂਲ ਪ੍ਰਸਤੀ ਪਾਸੇ ਰੱਖ ਕੇ ਜਿਹੜਾ ਮਰਜ਼ੀ ਪਾਲਾ ਬਦਲ ਜਾਂਦਾ ਸੀ, ਉਹਨੂੰ ਚੰਗਾ ਨਹੀਂ ਸੀ ਲੋਕ ਸਮਝਦੇ। ਲੇਕਿਨ ਹੁਣ ਤਾਂ ਬੰਦਾ ਭਾਵੇਂ 4 ਪਾਰਟੀਆਂ ਬਦਲ ਲੇ ਪਰ ਫਿਰ ਵੀ ਜਿੱਤੀ ਜਾਂਦਾ।
ਔਰ ਕਈ ਵਾਰੀ ਇੱਥੇ ਤਾਂ ਤਰੀਕੇ ਵੀ ਅਪਣਾਈ ਜਾਂਦੇ ਕਿ ਫਲਾਣੇ ਬੜੇ, ਫਲਾਣੇ ਕੋ ਪੈਸੇ ਬੜੇ ਆ ਜੀ, ਉਹਨੂੰ ਜਿੱਤਣਾ ਆ ਗਿਆ, ਉਹਦੀ ਮੈਨੇਜਮੈਂਟ ਬੜੀ ਤਗੜੀ ਹੈ, ਸਾਰੇ ਰੌਲੇ ਨੇ। ਚਲੋ ਆਪਾਂ ਇਹ ਤੋਂ ਥੋੜੇ ਜਿਹਾ ਅੱਗੇ ਵੱਧਦੇ ਆ, ਇਹਦੇ ਅੱਗੇ ਵੇਰਵੇ ਆਉਂਦੇ ਰਹਿਣਗੇ, ਕਿਉਂਕਿ ਹੁਣ ਇਹ ਟਕਰਾਅ ਦੋ ਸੱਤਾ ਦਾ ਹੈ। ਕੇਂਦਰੀ ਸੱਤਾ ਜ਼ਰਾ ਤਗੜੀ ਸੱਤਾ ਹੈ ਤੇ ਥੱਲੇ ਦੀ ਸੱਤਾ ਕਮਜ਼ੋਰ ਸੱਤਾ ਤਾਂ ਹੁੰਦੀ ਨਹੀਂ, ਲੇਕਿਨ ਸਲਤਨਤ ਉਹਨਾਂ ਦੀ ਵੀ ਪੂਰੀ ਹੁੰਦੀ ਹੈ। ਪੰਜਾਬ ਦੇ ਵਿੱਚ ਦੋ ਸੱਤਾ ਟਕਰਾਈਆਂ ਸੀਗੀਆਂ, ਗਵਰਨਰ ਤੇ ਸਟੇਟ ਦਾ। ਇਹ ਦੋ ਮਾਮਲੇ ਸੀਗੇ ਜਿਨ੍ਹਾਂ ਦੇ ਵਿੱਚ ਇੰਜ ਹੋਇਆ, ਇੱਕ ਤਾਂ ਅਸੈਂਬਲੀ ਨੂੰ ਲੈ ਕੇ, ਅਜਲਾਸ ਬੁਲਾਉਣ ਨੂੰ ਲੈ ਕੇ, ਤੇ ਇੱਕ ਵਾਈਸ ਚਾਂਸਲਰ ਦੋ ਯੂਨੀਵਰਸਿਟੀਜ਼ ਦੇ, ਉਹਨਾਂ ਨੂੰ ਲੈ ਕੇ ਟਕਰਾਅ ਪੈਦਾ ਹੋਇਆ, ਜਿਹਦੇ ਉੱਤੇ ਹੁਣ ਗੱਲ ਘੱਟ ਹੋ ਰਹੀ ਆ, ਲੇਕਿਨ ਇਹ ਟਕਰਾਅ ਮੁੱਕੇ ਨਹੀਂ। ਗਵਰਨਰ ਦੇ ਪੱਤਰ ਦਾ ਜਵਾਬ ਅਜੇ ਮੁੱਖ ਮੰਤਰੀ ਨੇ ਦੇਣਾ ਹੈ, ਗੇਂਦ ਇਧਰਲੇ ਪਾਲੇ 'ਚ ਹੈ। ਲੇਕਿਨ ਇਹੀ ਟਕਰਾਅ ਕੇਰਲ ਵਿੱਚ ਵੱਡਾ ਹੋ ਗਿਆ। ਅਸੀਂ ਜਾਣਦੇ ਹਾਂ ਜਗਮੀਤ ਬਰਾੜ ਵਾਲੇ ਪਾਸੇ ਅਕਾਲੀ ਦਲ ਦੀ ਪੋਲਿਟਿਕਸ ਉੱਤੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਕੇਂਦਰ ਸਟੇਟ ਸੰਬੰਧਾਂ ਦੇ ਉੱਤੇ, ਸੰਘੀ ਢਾਂਚੇ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਆ। ਹਾਲਾਂਕਿ ਕੁਝ ਕੋਰਟਾਂ ਨੇ ਕਿਹਾ ਸੀਗਾ ਕਿ ਵਾਈਸ ਚਾਂਸਲਰ ਦੇ ਫੈਸਲੇ ਚਾਂਸਲਰ ਦੇ ਅਧਿਕਾਰ ਖੇਤਰ 'ਚ ਆਉਂਦੇ ਆ। ਉਸ ਤੋਂ ਬਾਅਦ ਕੇਰਲ ਦੇ ਗਵਰਨਰ ਨੇ 9 ਵਾਈਸ ਚਾਂਸਲਰ ਸਿੱਧੇ ਤੌਰ ਤੇ ਤਲਬ ਕਰ ਲਏ ਔਰ ਉਹਨਾਂ ਨੂੰ ਹਟਣ ਲਈ ਕਿਹਾ। ਹੁਣ ਜਿਹੜੀ ਗੱਲ ਆਈ ਹੈ ਕਿ ਕੀ ਕੋਈ ਗਵਰਨਰ ਕਿਸੇ ਸੂਬੇ ਦੇ ਕਿਸੇ ਮੰਤਰੀ ਨੂੰ ਸੈਕ ਕਰ ਸਕਦਾ, ਹਟਾ ਸਕਦਾ, ਖਾਰਜ ਕਰ ਸਕਦਾ? ਮਤਲਬ ਇਹ ਅਜੇ ਤੇ ਗਵਰਨਰ ਨੇ, ਆਰਫ ਮੁਹੰਮਦ ਖਾਨ ਨੇ ਆਪਣੇ ਮੁੱਖ ਮੰਤਰੀ ਨੂੰ ਕੇਰਲ ਦੇ ਨੂੰ ਲਿਖਿਆ ਵੀ ਇਹਨੂੰ ਸੈਕ ਕਰੋ। ਇਹ ਸਟੇਟਮੈਂਟ ਜਿਹੋ ਜਿਹੀਆਂ ਦੇ ਰਿਹਾ ਮੇਰੇ ਖਿਲਾਫ, ਔਰ ਫਾਈਨਾਂਸ ਮਿਨਿਸਟਰ, ਵਿੱਤ ਮੰਤਰੀ ਕੇਰਲ ਦੇ, ਮੈਨੂੰ ਦੱਸਿਓ ਅਮੀਰ ਸਿੰਘ ਜੀ, ਇਹ ਮਾਮਲਾ ਇਹ ਰੁਕੂ? ਇਹ ਸਿਆਸਤ ਸਟੇਟਮੈਂਟਾਂ ਦੀ ਆ ਜਾਂ ਕਿਤੇ ਗਵਰਨਰ ਇਸ ਹੱਦ ਤੱਕ ਵੀ ਜਾ ਸਕਦੇ ਆ ਕਿ ਕਿਸੇ ਮੰਤਰੀ ਨੂੰ ਬਰਖਾਸਤ ਸਿੱਧੇ ਰੂਪ 'ਚ ਕਰ ਦੇਣ? ਪਰ ਸਰਕਾਰ, ਕਿਉਂਕਿ ਜੇ ਗਵਰਨਰ ਸਹੁੰ ਚੁਕਾਉਂਦਾ ਹੈ ਤੇ ਜੇ ਉਹ ਬਰਖਾਸਤ ਕਰਦੇ ਤੇ ਸੰਵਿਧਾਨਕ ਸੰਕਟ ਤਾਂ ਪੈਦਾ ਹੋ ਹੀ ਜਾਊ। ਅਸਲ ਦੇ ਵਿੱਚ ਜਿਹੜਾ ਕੇਰਲਾ ਦਾ ਪ੍ਰੋਫਾਈਲ ਆ ਉਹ ਇਹ ਹੈ ਕਿ ਉੱਥੇ ਬੀਜੇਪੀ ਦਾ ਜ਼ਿਆਦਾ ਤਾਂ ਕੁਝ ਹੈ ਨਹੀਂ, ਨਾ ਐਮਐਲਏ ਜਿੱਤਦੇ ਨੇ ਨਾ ਐਮਪੀ। ਉੱਥੇ ਦੋਨਾਂ ਦਾ ਪੈਰਲਲ ਚੱਲਦਾ ਹੈ, ਇੱਕ ਖੱਬਾ ਫਰੰਟ ਹੈ ਤੇ ਇੱਕ ਕਾਂਗਰਸ ਦੀ ਅਗਵਾਈ ਵਾਲਾ ਫਰੰਟ ਹੈ। ਕਦੇ ਉਹ ਸੱਤਾ 'ਚ ਹੁੰਦੇ ਨੇ, ਕਦੇ ਉਹ। ਪਹਿਲੀ ਵਾਰ ਇਹ ਖੱਬਾ ਫਰੰਟ ਦੁਬਾਰਾ ਸੱਤਾ 'ਚ ਹੈ, ਇਹੀ ਚੀਫ ਮਿਨਿਸਟਰ ਦੁਬਾਰਾ ਕੰਟੀਨਿਊਟੀ ਦੇ ਵਿੱਚ ਨੇ। ਪਰ ਉੱਥੇ ਆਰਫ ਮੁਹੰਮਦ ਖਾਨ ਗਵਰਨਰ ਲੱਗੇ ਹੋਏ ਨੇ। ਇਹਦੇ ਬਾਵਜੂਦ, ਕਿਉਂਕਿ ਬਾਕੀ ਸਟੇਟਾਂ 'ਚ ਤਾਂ ਕਈ ਵਾਰ ਹੁੰਦਾ ਨਾ ਕਿ ਬੀਜੇਪੀ ਦੇ ਬੰਦੇ ਵੀ ਹੁੰਦੇ ਨੇ ਜਾਂ ਕੇਂਦਰ ਸਰਕਾਰ ਦੇ ਬੰਦੇ ਹੁੰਦੇ ਨੇ ਤੇ ਉਹ ਹਿਲਜੁਲ ਪੈਦਾ ਕਰਕੇ ਆਪਣੇ ਬੰਦਿਆਂ ਰਾਹੀਂ ਸਰਕਾਰ ਵੀ ਬਣਾ ਸਕਦੀ ਹੈ। ਇੱਥੇ ਉਹ ਤਾਂ ਮਾਹੌਲ ਨਹੀਂ ਹੈ ਕਿ ਸਰਕਾਰ ਨੂੰ ਡੇਗਣਾ ਜਾਂ ਸਰਕਾਰ ਨੂੰ ਬਣਾਉਣਾ। ਪਰ ਇਹ ਗੱਲ ਜ਼ਰੂਰ ਹੈ ਕਿ ਜਿਸ ਢੰਗ ਨਾਲ ਟਕਰਾਅ 'ਚ ਪੈ ਰਹੇ ਨੇ ਆਰਫ ਮੁਹੰਮਦ ਖਾਨ, ਇਹ ਲਗਭਗ ਓਡਾ ਵੱਡਾ ਟਕਰਾਅ ਹੈ ਜਿੱਡਾ ਵੱਡਾ ਟਕਰਾਅ ਮਮਤਾ ਨਾਲ ਪੈਦਾ ਕਰ ਲਿਆ ਸੀਗਾ ਉੱਥੇ ਉਸ ਸਮੇਂ ਦੇ ਗਵਰਨਰ ਨੇ, ਜਿਹੜੇ ਅੱਜ ਕੱਲ੍ਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਗਏ, ਜਿਹਨੂੰ ਰਿਵਾਰਡ ਮਿਲ ਗਿਆ, ਜਿਹਨੂੰ ਪੁਰਸਕਾਰ ਮਿਲਿਆ, ਕਹੋ ਜੋ ਮਰਜ਼ੀ ਕਹੋ। ਕੱਲ ਹੀ ਇਤਫਾਕ ਨਾਲ ਕੱਲ ਉਹ ਦਰਬਾਰ ਸਾਹਿਬ ਆਏ ਸੀ ਨਤਮਸਤਕ ਹੋਣ ਆਪਣੇ ਪਰਿਵਾਰ ਨਾਲ, ਉਹ ਉਹਨਾਂ ਦਾ ਸੀ। ਪਰ ਹੁਣ ਜਿਹੜਾ ਇਹ ਕਹਿਣਾ ਹੈ, ਅਸਲ ਦੇ ਵਿੱਚ ਇਹ ਮਾਮਲਾ ਸ਼ੁਰੂ ਕਿੱਥੋਂ ਹੋਇਆ? ਮਾਮਲਾ ਸ਼ੁਰੂ ਕਿੱਥੋਂ ਹੋਇਆ? ਉੱਥੇ ਦਾ ਫਾਈਨਾਂਸ ਮਿਨਿਸਟਰ ਨੇ KN ਬਾਲਾ ਗੋਪਾਲ, ਜਿਹੜੇ ਕੇਰਲਾ ਦੇ ਫਾਈਨਾਂਸ ਮਿਨਿਸਟਰ ਨੇ, ਇੱਕ ਯੂਨੀਵਰਸਿਟੀ 'ਚ ਬੋਲਦੇ ਹੋਏ ਉਹਨਾਂ ਨੇ ਇਹ ਕਹਿਤਾ, ਵਾਈਸ ਚਾਂਸਲਰ ਦੇ ਮੁੱਦੇ ਤੇ ਟਿੱਪਣੀ ਕੀਤੀ। ਉਹਨੇ ਇਹ ਕਹਿਤਾ ਕਿ ਯੂਪੀ ਤੋਂ ਆਇਆ ਕੋਈ ਬੰਦਾ ਕੇਰਲਾ ਦੇ ਵਿਦਿਅਕ ਮਾਡਲ ਨੂੰ ਨਹੀਂ ਸਮਝ ਸਕਦਾ। ਇਹ ਉਹਦਾ ਬਿਆਨ ਹੈ ਜਿਹਦੇ ਤੇ ਉਹ ਭੜਕੇ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਤਿਹਾਈਨ ਹੈ, ਇਹ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਮ ਕਰਨ ਵਾਲੀ ਹੈ, ਇਹ ਤੇ ਸੈਡੀਸ਼ਨ ਦਾ ਚਾਰਜ ਬਣਦਾ ਹੈ, ਦੇਸ਼ ਧਰੋਹ ਦਾ ਚਾਰਜ ਬਣਦਾ ਹੈ। ਇਹ ਕਿਹਾ ਕਿਵੇਂ? ਐਕਚੁਅਲੀ ਇਹ ਨਾ ਸੱਭਿਆਚਾਰਕ ਲੜਾਈ ਹੈ ਇੱਕ ਟਾਈਪ ਦੀ। ਜੇ ਆਪਾਂ ਦੇਖੀਏ, ਆਪਾਂ ਪੰਜਾਬ 'ਚ ਵੀ ਕਈ ਵਾਰ ਕਹਿ ਦਿੰਦੇ, ਆਪਣੇ ਪੰਜਾਬ 'ਚ ਵੀ ਬੜੇ ਲੋਕ ਕਈ ਵਾਰ ਕਹਿ ਦਿੰਦੇ ਨੇ ਕਿ ਬਿਹਾਰ ਤੇ ਯੂਪੀ ਤੋਂ ਆਏ ਬੰਦੇ, ਜਾਂ ਕੋਈ ਉੱਥੇ ਪੱਛਮੀ ਬੰਗਾਲ ਵਾਲੇ ਕਹਿੰਦੇ ਨੇ ਬੰਗਾਲੀ ਪ੍ਰਾਈਡ ਹੈ, ਸਾਡਾ ਕਲਚਰ ਹੈ, ਬਾਹਰਲੇ ਬੰਦੇ ਨੂੰ ਅਸੀਂ ਐ ਨਹੀਂ ਕਰਨ ਦਿੰਦੇ। ਇਹ ਡਿਫਰੈਂਟ ਬਨਸਬਨਤਾ ਦੇਸ਼ ਦੇ ਵਿੱਚ, ਸ਼ਾਇਦ ਉਸ ਭਾਸ਼ਾ 'ਚੋਂ ਕਿਹਾ ਗਿਆ ਕਈ ਵਾਰ ਸ਼ਬਦ ਹੁੰਦਾ ਬੰਦੇ ਉਹ ਲੱਗਦਾ। ਹਾਲਾਂਕਿ ਇਹ ਵੀ ਦੇਖ ਕੇ ਬੋਲਣਾ ਚਾਹੀਦਾ ਕਿ ਕਿਸੇ ਦੇ ਇੰਨਾ ਜ਼ਿਆਦਾ ਪਿੰਚ ਨਾ ਕਰ ਜੇ ਕਿ ਉਹ ਟਕਰਾਅ ਦਾ ਮੁੱਦਾ ਬਣ ਜੇ। ਪਰ ਇਹ ਸੁਭਾਵਿਕ ਬੋਲੇ ਜਾਂਦੇ ਸ਼ਬਦਾਵਲੀ ਹੈ। ਇਹਦੇ ਤੋਂ ਗਵਰਨਰ ਸਾਹਿਬ ਹੋ ਗਏ ਨਾਰਾਜ਼। ਉਹਨਾਂ ਨੇ ਇੱਕ ਸਖਤ ਚਿੱਠੀ ਲਿਖਤੀ। ਉਹ ਕਹਿੰਦੇ ਨੇ ਕਿਉਂਕਿ ਸੰਵਿਧਾਨਕ ਤੌਰ ਤੇ ਗਵਰਨਰ ਦੀ ਖੁਸ਼ੀ ਤੱਕ, ਉਹਦੇ ਪਲੇਅਰ ਤੱਕ ਕੋਈ ਮਿਨਿਸਟਰ ਜਿਹੜਾ ਉਹ ਰਹਿ ਸਕਦਾ ਹੈ, ਇਸ ਕਰਕੇ ਇਸ ਫਾਈਨਾਂਸ ਮਿਨਿਸਟਰ ਨੂੰ ਤੁਰੰਤ ਬਰਖਾਸਤ ਕਰਕੇ ਇਹਦੇ ਖਿਲਾਫ ਸੈਡੀਸ਼ਨ ਦਾ ਮੁਕੱਦਮਾ ਜਾਰੀ ਕੀਤਾ ਜਾਏ, ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਏ। ਹੁਣ ਉਹ ਚੀਫ ਮਿਨਿਸਟਰ ਮੇਰਾ ਖਿਆਲ ਹੈ ਸੀਜ਼ਨਲ ਨੇ, ਬਜ਼ੁਰਗ ਹੋ ਗਏ, ਲੰਮਾ ਸਮਾਂ ਮੂਵਮੈਂਟਾਂ 'ਚ ਆਏ ਨੇ, ਉਹ ਚੁੱਪ ਨੇ। ਮੈਨੂੰ ਨਹੀਂ ਲੱਗਦਾ ਗਵਰਨਰ ਦਾ ਜਵਾਬ ਦੇਣਗੇ ਤੇ ਨਾ ਦੇਣ ਦੀ ਲੋੜ ਸਮਝਦੇ ਨੇ। ਪਰ ਸਾਡੇ ਸੰਵਿਧਾਨਕ ਤੌਰ ਤੇ ਇਹ ਗੱਲ ਕਲੀਅਰ ਹੈ, ਭਾਵੇਂ ਲਾਸਟ ਦਸਤਖਤ ਗਵਰਨਰ ਹੀ ਕਰਦਾ ਹੈ, ਜਦੋਂ ਚੀਫ ਮਿਨਿਸਟਰ ਚੁਣਿਆ ਜਾਂਦਾ ਹੈ
ਤਾਂ ਚੀਫ ਮਿਨਿਸਟਰ ਜਿਹੜੇ ਵੀ ਮੰਤਰੀਆਂ ਦੀ ਸੂਚੀ ਭੇਜਦਾ, ਜਿਹੜੇ ਵੀ ਪੋਰਟਫੋਲੀਓ ਭੇਜਦਾ, ਗਵਰਨਰ ਨੂੰ ਉਹ ਤੇ ਸਹੀ ਪਾਉਣੀ ਹੀ ਪੈਂਦੀ ਹੈ। ਇਹ ਅਧਿਕਾਰ ਗਵਰਨਰ ਦਾ ਨਹੀਂ ਹੈ ਕਿ ਕਿਸੇ ਨੂੰ ਕੱਢ ਦੇ, ਕਿਸੇ ਨੂੰ ਰੱਖ ਲੈ। ਇਹਦਾ ਮਤਲਬ ਗਵਰਨਰ ਆਰਿਫ ਮੁਹੰਮਦ ਖਾਨ ਆਪਣੀ ਲక్ష్మణ ਰੇਖਾ ਵੱਡੇ ਪੱਧਰ ਤੇ ਟੱਪ ਰਹੇ ਨੇ ਔਰ ਟੱਪ ਗਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਉਹ ਟਕਰਾਅ ਉਸ ਹੱਦ ਤੱਕ ਚਲਾ ਜਾਊਗਾ। ਹੁਣ ਉਹ BC ਹਟਾ ਰਹੇ ਨੇ ਤੇ BC ਹਟਾਉਣਗੇ ਤਾਂ ਸਰਕਾਰ ਕਹੂਗੀ ਕਿ ਅਸੀਂ ਆਪਣੇ ਲਾਉਣੇ ਨੇ, ਤੇ ਫਿਰ ਉਹ ਮਿਨਿਸਟਰੀ ਚ ਆ ਗਏ। ਇਹਦਾ ਮਤਲਬ ਹੁਣ ਹਰ ਗੱਲ ਤੇ ਰੌਲਾ ਪਏਗਾ, ਜਾਂ ਗਵਰਨਰ ਰਹਿਣਗੇ ਜਾਂ ਟਕਰਾਅ ਲਗਾਤਾਰ ਜਾਰੀ ਰਹੂਗਾ। ਇਹ ਕੇਂਦਰ ਸਰਕਾਰ ਨੇ ਦੇਖਣਾ ਕਿ ਇਹਨਾਂ ਗੱਲਾਂ ਨੂੰ ਆਪੋ ਆਪਣੇ ਗਵਰਨਰਾਂ ਨੂੰ ਜਿਹੜੇ ਦੂਤ ਦੇ ਤੌਰ ਤੇ ਉਹਦਾ ਕੰਮ ਕਰਦੇ ਨੇ, ਉਹਨਾਂ ਨੂੰ ਵੀ ਸਲੀਕੇ ਚ ਰੱਖਣ ਦੀ ਨਸੀਹਤ ਦਿੱਤੀ ਜਾਏ, ਰਹਿਣ ਦੀ ਇੱਕ ਸੰਵਿਧਾਨਕ ਦਾਇਰੇ ਚ, ਓਪਨ ਬਿਆਨਬਾਜ਼ੀ ਤੋਂ ਹਟ ਕੇ, ਤਾਂ ਹੀ ਫੈਡਰਲ ਸਟਰਕਚਰ ਚੱਲ ਸਕਦਾ। ਨਹੀਂ ਤਾਂ ਫੈਡਰਲ ਸਟਰਕਚਰ ਕੱਲ ਨੂੰ ਚੱਲੂਗਾ ਨਹੀਂ, ਉਹ ਤਾਂ ਬਹੁਤ ਜ਼ਿਆਦਾ ਖਤਰਨਾਕ ਰੂਪ ਇੱਕ ਘਰੇਲੂ ਹਰੇਕ ਸੂਬੇ ਚ ਲੜਾਈ ਪਾਇਆ ਕਰੂਗੀ ਜਿੱਥੇ ਨਾਨ BJP ਸਟੇਟ ਹੋਇਆ ਕਰੇਗੀ। ਇਸ ਤੋਂ ਮੇਰੇ ਖਿਆਲ ਹੈ ਗੁਰੇਜ਼ ਕਰਨ ਦੀ ਲੋੜ ਹੈ ਇਸ ਟਕਰਾਅ ਤੋਂ। ਵੈਸੇ ਹਮੀਰ ਸਿੰਘ ਜੀ, ਜੇ ਮੋਟੇ ਤੌਰ ਤੇ ਦੇਖਿਆ ਜਾਵੇ ਤੇ ਜਿੱਥੇ ਜਿੱਥੇ ਕੇਂਦਰ ਵੱਲੋਂ ਸੱਤਾ ਹੈ, ਜਿੱਥੇ ਜਿੱਥੇ ਵੀ BJP ਦੀ ਆਪਣੀ ਸਟੇਟਾਂ 'ਚ ਗਵਰਨਮੈਂਟ ਆ, ਉੱਥੇ ਕਿਉਂ ਨਹੀਂ ਰੌਲੇ ਪੈਂਦੇ, ਉੱਥੇ ਕਿਉਂ ਨਹੀਂ ਟਕਰਾਅ ਹੁੰਦੇ, ਉੱਥੇ ਗਵਰਨਰ ਹੀਲ ਹੁਜਤ ਕਿਉਂ ਨਹੀਂ ਕਰਦੇ, ਉੱਥੇ ਕੰਨ 'ਚ ਪਾਈ ਨਹੀਂ ਦੁਖਦੇ। ਮੈਂ ਤਾਂ ਇਹ ਸ਼ਬਦ ਵਰਤੂੰਗਾ ਕਿ ਉੱਥੇ ਬਿਲਕੁਲ ਹੀ ਕਿਧਰੇ ਕੋਈ ਟਕਰਾਅ ਨਾ ਦੀ ਖਬਰ ਹੈ ਨਹੀਂ। ਇਹਦਾ ਮਤਲਬ ਹੈ ਕਿ ਜਿੱਥੇ ਜਿੱਥੇ ਸਰਕਾਰਾਂ ਵਿਰੋਧੀ ਦਲਾਂ ਦੀਆਂ ਨੇ, ਉੱਥੇ ਜੇ ਗਵਰਨਰ ਇੰਨੇ ਐਕਟਿਵ ਨੇ ਤੇ ਇਹਦੇ ਪਿੱਛੇ ਕੇਂਦਰ ਵੱਲ ਉਂਗਲ ਤਾਂ ਜਾਊਗੀ, ਇਹ ਸ਼ੱਕ ਤਾਂ ਜਾਊਗਾ ਕਿ ਕੇਂਦਰ ਕਰਵਾ ਰਿਹਾ, ਤੇ ਕੇਂਦਰ ਨੂੰ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ। ਇਹਨਾਂ ਮਾਮਲਿਆਂ 'ਚ ਬਹੁਤ ਸਾਰੇ ਟਕਰਾਅ ਨੇ, ਇੱਕ ਟਕਰਾਅ ਥੋੜੀ ਹੈ। ਮੈਂ ਅੱਗੇ ਵਧੂੰਗਾ ਇਸ ਖਬਰ ਤੋਂ। ਇਸੇ ਗੱਲ ਤੇ ਇੱਕੋ ਹੀ ਕਮੈਂਟ ਹੈ। ਮੈਂ ਇਹ ਗੱਲ ਕਹਿਣਾ, ਜਿੱਥੇ ਉਹਦੇ ਆਪਦੀ ਜਗ੍ਹਾ ਗਵਰਨਰ ਕੋਈ ਕਮੈਂਟ ਕਰਦਾ ਵੀ ਉਹਦੀ ਸੁਣੀ ਨਹੀਂ ਜਾਂਦੀ। ਸਤਪਾਲ ਮਲਿਕ ਇੱਕ ਵਾਹਦ ਗਵਰਨਰ ਰਹੇ ਨੇ, ਪਹਿਲਾਂ ਜੰਮੂ ਕਸ਼ਮੀਰ ਚ ਰਹੇ, ਫਿਰ ਮੇਘਾਲਿਆ ਚ ਰਹੇ, ਹੁਣੇ ਰਿਟਾਇਰ ਹੋਏ ਨੇ ਜੀ। ਉਹਨਾਂ ਨੇ ਜੰਮੂ ਕਸ਼ਮੀਰ ਚ ਇਹ ਕਿਹਾ ਸੀ ਤੇ ਬਾਗਲੀ ਸਟੇਟ ਚ ਵੀ ਤੁਹਾਡੇ ਆ ਸੀਨੀਅਰ ਲੈਵਲ ਦੇ ਅਫਸਰ ਇੰਨੇ ਕਰਪਟ ਨੇ, ਲਿਖ ਕੇ ਭੇਜਿਆ, ਗਵਰਨਰ ਟ੍ਰਾਂਸਫਰ ਹੋ ਗਏ ਪਰ ਕਾਰਵਾਈ ਕਿਸੇ ਖਿਲਾਫ ਨਹੀਂ ਹੋਈ। ਉੱਥੇ ਇਹਦੇ ਤੋਂ ਨਜ਼ਰ ਆਉਂਦਾ ਕਿ ਕੇਂਦਰ ਸਰਕਾਰ ਆਪਣੇ ਢੰਗ ਨਾਲ ਆਪਣੇ ਬੰਦਿਆਂ ਦੇ ਪਿੱਛੇ ਖੜਦੀ ਹੈ ਤੇ ਆਪਦਾ ਵੀ ਗਵਰਨਰ ਉਹਦੀ ਸੁਣੀ ਘੱਟ ਜਾਂਦੀ ਹੈ। ਦੂਜੇ ਸੂਬਿਆਂ 'ਚ ਉਹਨਾਂ ਨੂੰ ਲੱਗਦਾ ਵੀ ਕੋਈ ਗੱਲ ਨਹੀਂ, ਪ੍ਰੈਸ਼ਰ ਦੂਜੇ ਪਾਰਟੀ ਤੇ ਪੈਂਦਾ ਰਹੇ, ਆਪਾਂ ਕੀ ਲੈਣਾ, ਤੇ ਉੱਥੇ ਖਾਮੋਸ਼ੀ ਰੱਖੋ ਕਾਫੀ ਵੱਡੇ ਪੱਧਰ ਤੇ। ਉੱਥੇ ਮੇਰੇ ਖਿਆਲ ਸਤਪਾਲ ਮਲਿਕ ਨੂੰ ਜਾਂਚ ਏਜੰਸੀਆਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈ ਰਹੇ। ਜਿਹੜੀ ਉਹ ਕੰਪਲੇਂਟ ਕਰਕੇ ਆਏ, ਮੈਨੂੰ ਲੱਗਦਾ ਕਿਸੇ ਵੇਲੇ ਬੰਦਾ ਸਗੋਂ ਉਲਟ ਫਸ ਜਾਂਦਾ ਹੈ। ਕੰਪਲੇਂਟ ਕਰਕੇ ਉਹ ਕਾਫੀ ਮੁਸ਼ੱਕਤ ਦਾ ਸਾਹਮਣਾ ਵੀ ਕਰ ਰਿਹਾ। ਕਈ ਵਾਰੀ ਮੇਰੇ ਖਿਆਲ ਉਹਨਾਂ ਨਾਲ ਪੁੱਛ-ਗਿੱਛ ਦਾ ਦੌਰ ਵੀ ਚੱਲਿਆ। ਚਲੋ ਆਪਾਂ ਅੱਗੇ ਚੱਲਦੇ ਹਾਂ। ਅਕਾਲੀ ਸੰਕਟ ਅਜੇ ਨਿਕਲਦਾ ਨਹੀਂ, ਸੰਕਟ ਚੋਂ ਨਿਕਲਦਾ ਨਜ਼ਰ ਨਹੀਂ ਆ ਰਿਹਾ ਅਕਾਲੀ ਦਲ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਕਾ ਪੰਜਾ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਸੀਗਾ, ਸ਼ਤਾਬਦੀ ਸਮਾਗਮ ਚੱਲ ਰਹੇ ਸੀ, ਉੱਥੇ ਸੁਖਬੀਰ ਸਿੰਘ ਬਾਦਲ ਵੀ ਬੋਲ ਰਹੇ ਸੀ। ਮੈਂ ਚੰਦੂ ਮਾਜਰਾ ਦੇ ਮੂੰਹੋਂ ਵੀ ਕੁਝ ਸੁਣ ਰਿਹਾ ਸੀ, ਜਿਹੜੀ ਗੱਲ ਬਾਕੀ ਧਿਰਾਂ ਕਰ ਰਹੀਆਂ, ਉਹ ਪੰਥਕ ਏਕਤਾ ਦੀ ਗੱਲ ਕਰ ਰਹੇ ਸੀ। ਔਰ ਇਸ ਤੋਂ ਪਹਿਲਾਂ ਜਗਮੀਤ ਬਰਾੜ ਨੇ ਉਸ ਨੋਟਿਸ ਦਾ ਜਵਾਬ ਦਿੱਤਾ। ਜਗਮੀਤ ਬਰਾੜ ਨੂੰ ਕੱਢਣ ਦੀ ਪ੍ਰਕਿਰਿਆ ਕੁਝ ਸੁਸਤ ਹੋ ਗਈ। ਮੈਨੂੰ ਲੱਗਦਾ 9 ਨਵੰਬਰ ਤੋਂ ਅੱਗੇ ਜਾ ਕੇ ਫੈਸਲਾ ਹੋਊਗਾ, ਲੇਕਿਨ 29 ਤੇ 30 ਤਰੀਕ ਨੂੰ ਜਗਮੀਤ ਬਰਾੜ ਆਸ ਕਰ ਰਿਹਾ ਵੀ ਕੁਝ ਅਕਾਲੀ ਆਗੂ ਵੱਖ-ਵੱਖ ਧਿਰਾਂ ਦੇ ਗਰੁੱਪਾਂ ਦੇ ਉਹਨਾਂ ਨਾਲ ਮੀਟਿੰਗ 'ਚ ਸ਼ਾਮਲ ਹੋ ਜਾਣਗੇ, ਜਿੱਥੇ ਪੰਥਕ ਏਕਤਾ ਦੀ। ਅੱਛਾ, ਮੈਨੂੰ ਇਹ ਗੱਲ ਨਹੀਂ ਸਮਝ ਆਈ, ਬਾਹਰ ਰਹਿ ਕੇ ਜਗਮੀਤ ਬਰਾੜ ਪੰਥਕ ਏਕਤਾ ਦੀ ਗੱਲ ਕਰ ਰਿਹਾ, ਅੰਦਰ ਬਹਿ ਕੇ ਚੰਦੂ ਮਾਜਰਾ ਕਰ ਰਿਹਾ। ਜਿਹੜੀ ਧਿਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਨੀਸ਼ੀਏਟ ਕਰੇ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿ ਰਹੇ ਵੀ ਜਥੇਦਾਰ ਸਾਹਿਬ ਕੁਝ ਕਰੋ, ਇਕੱਠੇ ਨਾ ਹੋਏ ਤਾਂ ਹਰਿਆਣਾ ਕਮੇਟੀ ਜਿੱਦਾਂ ਹੱਥੋਂ ਨਿਕਲ ਗਈ, ਹੋਰ ਨੁਕਸਾਨ ਹੋਣਗੇ। ਉਹ ਨਾਲ ਦੀ ਨਾਲ ਸਿੱਖ ਸੰਪਰਦਾਵਾਂ ਤੇ ਜਿੰਨੇ ਸੰਤ ਮਹਾਂਪੁਰਸ਼ ਆ ਉਹਨਾਂ ਨੂੰ ਵੀ ਸੁਖਬੀਰ ਬਾਦਲ ਬਾਰ-ਬਾਰ ਕਹਿ ਰਿਹਾ ਵੀ ਤੁਸੀਂ ਅਗਵਾਈ ਕਰੋ, ਅਸੀਂ ਕੁਰਬਾਨੀ ਕਰਨ ਨੂੰ ਤਿਆਰ ਆ। ਇਦਾਂ ਕੁਰਬਾਨੀਆਂ ਹੁੰਦੀਆਂ ਜੀ, ਕੀ ਕਹਿੰਦੇ ਹੋ? ਬਿਲਕੁਲ, ਲੋਕ ਕੁਰਬਾਨੀ ਉਹ ਕਹਿੰਦੇ ਨੇ ਮਾੜੀ ਮੋਟੀ ਕਰ ਦੋ, ਤੇ ਜੇ ਨਹੀਂ ਹੁੰਦੀ ਤਾਂ ਫਿਰ ਤਾਂ ਹੀ ਤਾਂ ਪ੍ਰੋਬਲਮ ਆ ਰਹੀ ਹੈ। ਕੁਰਬਾਨੀ ਕਹਿ ਕੇ ਕਿੰਨੀ ਵਾਰ ਹੋਊਗੀ, ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ, ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ। ਕੁਰਬਾਨੀ ਤਾਂ ਦੇ ਦੇਣੀ ਹੁੰਦੀ ਹੈ, ਮਤਲਬ ਅੱਜ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਵਾਕਈ ਕੁਰਬਾਨ ਹੋ ਗਏ ਨੇ ਬੰਦੇ, ਤੇ ਰਿਸਪੈਕਟ ਵੱਧ ਜਾਂਦੀ ਹੈ ਕੁਰਬਾਨ ਹੋਏ ਬੰਦੇ ਦੀ, ਜਿਹੜਾ ਵੀ ਬੰਦਾ ਕੁਰਬਾਨ ਹੁੰਦਾ। ਔਰ ਸਵਾਲ ਕੇਵਲ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਹੁਣ ਖੜੋਤ ਦੀ ਸਥਿਤੀ ਹੈ, ਖੜੋਤ ਨਾਲੋਂ ਵੀ ਗਿਰਾਵਟ ਦੀ ਸਥਿਤੀ ਲੰਮੇ ਸਮੇਂ ਤੋਂ ਆਪ ਮਹਿਸੂਸ ਕਰ ਰਿਹਾ ਅਕਾਲੀ ਦਲ। ਕੋਈ ਐ ਨਹੀਂ ਕਿ ਬਾਹਰੋਂ ਕੋਈ ਇਲਜ਼ਾਮ ਲੱਗਦੇ ਨੇ, ਕਿਉਂਕਿ ਲਗਾਤਾਰ 17 ਤੇ 22 ਦੀਆਂ ਤੇ ਲੋਕ ਸਭਾ ਦੀ 22 ਇਲੈਕਸ਼ਨ ਤੇ 3 ਚੋਣਾਂ ਆ ਗਈਆਂ, 3 ਚੋਣਾਂ ਦੇ ਨਤੀਜੇ ਲਗਾਤਾਰ ਉਹ ਦੱਸ ਰਹੇ ਨੇ, ਤੇ ਉਦੋਂ ਬਿਨਾਂ ਵੀ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਬਹੁਤ ਵੱਡਾ। ਆਪਾਂ ਆਪਣੇ ਆ ਕੱਢ ਕੇ ਦੇਖੇ ਨੇ ਇਹਨਾਂ ਨੇ, ਮਾਰਚ ਜਿਹੜੇ ਕੱਢੇ ਸੀ ਤਖਤ ਸਾਹਿਬ ਵੱਲ ਨੂੰ ਗਏ ਸੀ, ਅਕਾਲ ਤਖਤ ਵੱਲ ਨੂੰ,
ਜਦੋਂ ਇੱਕ ਤਲਵੰਡੀ ਸਾਬਾ ਤੋਂ ਤੇ ਇੱਕ ਇੱਥੋਂ, ਤੇ ਉਹਨਾਂ 'ਚ ਵੀ ਕਾਫੀ ਬੰਦੇ, ਬਹੁਤ ਘੱਟ ਹੁੰਦਾ ਸੀ ਅਕਾਲੀ ਦਲ ਦੇ ਬੰਦੇ ਕਿ ਇੱਕ ਤੁਰੇ ਨੇ ਰਸਤੇ 'ਚ ਮੁੜ ਜਾਣ, ਅੱਧੇ ਬੰਦੇ ਕਹਿੰਦੇ ਨੇ ਚੱਲ ਆਪਾਂ ਹਾਜ਼ਰੀ ਲਵਾਤੀ, ਪ੍ਰਧਾਨ ਜੀ ਨੂੰ ਸ਼ਕਲ ਦਿਖਾਤੀ ਤੇ ਹੁਣ ਘਰ ਬਹਿਨੇ ਆ, ਕੀ ਕਰਨਾ ਉੱਥੇ ਜਾ ਕੇ। ਜੀ ਇਹ ਜਿਹੜਾ ਮਾਹੌਲ ਹੁੰਦਾ ਇਹਦਾ ਮਤਲਬ ਪਾਰਟੀ ਦੇ ਪ੍ਰਤੀ ਵਿੱਚ ਕਦੇ ਉਹ ਹੈ, ਕਦੇ ਬਾਈਬਲ ਖੜਾ ਵਿੱਚ ਹਜੇ ਉਹ ਪਛਚਾਤਾਪ ਅਜੇ ਉਧਾਰਾ ਪਿਆ ਜਿਹੜਾ ਕਰਨਾ, ਜਿਹੜੇ 'ਚ ਝੂੰਦਾ ਕਮੇਟੀ ਕਹਿੰਦੀ ਹੈ ਸਭ ਤੋਂ ਵੱਡੀ ਗੱਲ, ਤੇ ਫਿਰ ਪਾਰਟੀ ਦਾ ਅੰਦਰੂਨੀ ਸਟਰਕਚਰ ਕਿਵੇਂ ਓਵਰਹਾਲਿੰਗ ਕਰਨੀ ਹੈ, ਉਹ ਸਾਰੀਆਂ ਵਿੱਚ ਖੜੀਆਂ ਨੇ। ਹੁਣ ਇਹਦੇ 'ਚ ਜਦੋਂ ਉਹਨਾਂ ਨੇ ਆਪ ਨਹੀਂ ਕਰ ਰਹੇ ਤਾਂ ਆਟੋਮੈਟਿਕਲੀ ਹੈ ਕਿ ਕੁਝ ਐਲੀਮੈਂਟ ਜਾਂ ਕੁਝ ਬੰਦੇ ਕਰਨ ਲੱਗ ਗਏ। ਪਹਿਲਾਂ ਅਕਾਲੀ ਦਲ ਨੇ ਟਰਾਈ ਕੀਤੀ ਬੰਦੀ ਸਿੰਘਾਂ ਤੇ ਪੰਥਕ ਯੂਨਿਟੀ ਬਣਾ ਲਓ ਜੀ, ਫਿਰ ਜਥੇਦਾਰ ਅਕਾਲ ਤਖਤ ਨੂੰ ਕਿਹਾ ਕਿ ਤੁਸੀਂ ਕਮੇਟੀ ਬਣਾ ਦਿਓ, ਚਲੋ ਕਮੇਟੀ 'ਚ ਆ ਜਾਾਂਗੇ। ਇਹਦਾ ਮਤਲਬ ਹੋ ਨਹੀਂ ਰਿਹਾ, ਉਹ ਤਰੀਕਾ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਕਿ ਤੁਹਾਨੂੰ ਵੱਡਾ ਮੰਨ ਕੇ ਫਿਰ ਅਸੀਂ ਆਈਏ। ਉਹ ਕਹਿੰਦੇ ਲੈਵਲ ਪਲੇਇੰਗ ਫੀਲਡ 'ਚ ਤਾਂ ਅਸੀਂ ਆ ਜਾਾਂਗੇ। ਹੁਣ ਜਗਮੀਤ ਬਰਾੜ ਤੇ ਸਵਾਲ ਸੀ, ਪਹਿਲਾਂ ਇਹਨਾਂ ਨੂੰ ਕੱਢਣ ਦੀ ਇੱਕ ਵਾਰ ਗੱਲ ਸੀ, ਤੇ ਹੁਣ ਤਾਂ ਇਹ ਦੇਖ ਹੀ ਲਿਆ ਵੀ ਆਪਾਂ ਨੋਟਿਸ ਦੇ ਦਈਏ। ਨੋਟਿਸ ਦਿੱਤਾ ਗਿਆ ਜਗਮੀਤ ਬਰਾੜ ਨੂੰ ਕਿ ਰਾਮਪੁਰੇ ਮੌੜ ਹਲਕੇ ਦੇ ਕੁਝ ਬੰਦਿਆਂ ਨੇ ਜਿਹੜਾ ਦਾ ਦਿਲ ਦੁਖਿਆ ਤੁਹਾਡੀਆਂ ਕਾਰਵਾਈਆਂ ਤੋਂ, ਤੇ ਉਹਨਾਂ ਨੇ ਕਿਹਾ ਗਿਆ ਕਿ ਕਾਰਵਾਈ ਹੋਣੀ ਚਾਹੀਦੀ ਹੈ, ਤੇ ਨੋਟਿਸ ਦੇਤਾ ਜੀ। ਤੇ ਉਹ ਨੋਟਿਸ ਦਾ ਦੇਤਾ ਜਵਾਬ। ਜਗਮੀਤ ਬਰਾੜ ਦੇ ਕੋਲ ਅੱਜ ਤੱਕ ਆਫੀਸ਼ੀਅਲ ਹੈਂਡਲ ਤੋਂ ਬਿਨਾਂ ਜਿਹੜਾ ਕਿ ਟਵੀਟ ਤੇ ਗਿਆ ਪਰਸਨਲੀ ਕੋਈ ਨੋਟਿਸ ਉਹਨੂੰ ਲਿਖਿਆ ਨਹੀਂ ਮਿਲਿਆ ਹੁਣ ਤੱਕ। ਉਹਨਾਂ ਦਾ ਇਹ ਕਹਿਣਾ ਕਿ ਪਾਰਟੀ ਵੱਲੋਂ ਕੋਈ ਆਫੀਸ਼ੀਅਲ ਲੈਟਰ ਜਾਰੀ ਹੋਇਆ ਹੋਵੇ ਕਿ ਤੁਹਾਨੂੰ ਅਨੁਸ਼ਾਸਨ ਕਮੇਟੀ ਵੱਲੋਂ, ਅਜੇ ਤੱਕ ਨਹੀਂ। ਬਸ ਉਹ ਟਵੀਟ ਹੈ। ਇਹ ਟਵੀਟ ਪਤਾ ਨਹੀਂ ਕੀ ਚੀਜ਼ ਬਣ ਗਏ ਹੁਣ। ਇਹਦਾ ਮਤਲਬ ਇੰਟਰਨਲ ਮਾਮਲੇ 'ਚ ਟਵੀਟ ਥੋੜੀ ਚੱਲਦਾ। ਟਵੀਟ ਤੁਸੀਂ ਵੀ ਤਾਂ ਉਹੀ ਗੱਲ ਕਹਿ ਰਹੇ ਹੋ ਜਿਹੜੀ ਗੱਲ ਉਹ ਕਹਿੰਦਾ, ਫਿਰ ਤੁਹਾਨੂੰ ਵੀ ਤਾਂ ਪਲੇਟਫਾਰਮ ਤੇ ਰਹਿਣਾ ਚਾਹੀਦਾ ਸੀ ਜੇ ਤੁਸੀਂ ਦੂਜੀ ਗੱਲ ਕਰਦੇ ਹੋ। ਤੇ ਹੁਣ ਜਗਮੀਤ ਬਰਾੜ ਨੇ ਦੇਤਾ ਲਿਖ ਕੇ ਵੀ ਕੱਲੇ ਦੇ ਘਰ ਜਾ ਕੇ ਦਿੱਤਾ ਹੈ। ਮਤਲਬ ਪ੍ਰਧਾਨ ਦਾ ਜਿਹੜਾ ਪਾਰਟੀ ਦਫ਼ਤਰ ਫੜਾਤਾ ਹੈ, ਤੇ ਬਾਕੀ ਦੇ ਘਰ ਭੂੰਦੜ ਸਾਹਿਬ ਦੇ ਘਰ ਜਾ ਕੇ, ਮਲੂਕਾ ਸਾਹਿਬ ਦੇ ਘਰ ਜਾ ਕੇ, ਚੀਮਾ ਸਾਹਿਬ ਦੇ ਦਫ਼ਤਰ ਜਾ ਕੇ ਵਿੱਚ ਹੀ ਪ੍ਰਧਾਨਗੀ ਦਾ ਉਹ ਦੇਤਾ। ਸਭ ਨੂੰ ਘਰ ਜਾ ਕੇ ਅਲੱਗ-ਅਲੱਗ ਦਿੱਤੇ ਨੇ। ਕੋਈ ਇਹ ਤਾਂ ਕਹਿ ਨਹੀਂ ਸਕਦਾ ਕਿ ਹੁਣ ਆਇਆ। ਉਹ ਦੋ ਪਹਿਰੇ ਨੇ ਬਸ। ਇੱਕ ਪਹਿਰਾ ਇਹ ਕਿ ਮੈਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਅਕਾਲੀ ਦਲ ਤੇ ਪੰਥਕ ਯੂਨਿਟੀ ਤੋਂ ਇੱਧਰ ਉੱਧਰ ਹੋਵੇ ਤੇ ਜਿਹੜੀ ਅਕਾਲੀ ਦਲ ਨੂੰ ਮਜ਼ਬੂਤ ਨਾ ਕਰਦੀ ਹੋਵੇ। ਦੂਜੀ ਗੱਲ ਇਹ ਕਿ ਜਿਹੜਾ ਤੁਸੀਂ ਲਿਖਿਆ ਮੈਨੂੰ ਕਿ ਮੈਂ ਆਪੀ ਕਿਸੇ ਕਮੇਟੀ ਦਾ ਕਨਵੀਨਰ ਬਣ ਗਿਆ, ਉਹ ਮਿਸਰੀਡਿੰਗ ਹੋਈ ਹੈ। ਮੈਂ ਕੋਈ ਕਨਵੀਨਰ ਨਹੀਂ ਬਣਿਆ, ਮੈਂ ਕੋਆਰਡੀਨੇਟਰ ਹਾਂ, ਕੇਵਲ ਤਾਲਮੇਲ ਕਰਨ ਵਾਲਾ ਬੰਦਾ, ਕਨਵੀਨਰ ਵਾਲਾ ਮੇਰੇ ਕੋਲ ਕੁਝ ਨਹੀਂ। ਮੈਂ ਬਾਕੀ ਬੰਦਿਆਂ ਨੂੰ ਉਹ ਵੀ ਪਾਰਟੀ ਹਿੱਤ ਦੇ ਵਿੱਚ ਇੱਕ ਪਲੇਟਫਾਰਮ ਤੇ ਲਿਆਉਣ ਦੀ ਗੱਲ ਕਰਦਾ। ਅਜੇ ਇੰਨੀ ਉਹ ਗੱਲ ਹੋਈ ਹੈ। ਤੇ ਨਾਲ ਉਹਨੇ ਇਹ ਕਿਹਾ ਕਿ ਪ੍ਰਧਾਨ ਸਾਹਿਬ, ਸੈਕਟਰੀ ਜਨਰਲ, ਅਨੁਸ਼ਾਸਨ ਕਮੇਟੀ ਮੈਨੂੰ ਕੋਈ ਟਾਈਮ ਦੇਵੇ ਆਪਣਾ ਪੱਖ ਰੱਖਣ ਲਈ। ਜਦੋਂ ਟਾਈਮ ਦੇਊਗੀ ਤਾਂ ਮੈਂ ਆਪਣਾ ਆਰਗੂਮੈਂਟ ਉਹਨਾਂ ਦੇ ਸਾਹਮਣੇ ਰੱਖਣ ਲਈ ਤਿਆਰ ਹੋਊਂਗਾ। ਤੇ ਇਸ ਗੱਲ ਤੇ ਹੁਣ ਰਿਐਕਸ਼ਨ ਕਿਵੇਂ ਆਉਂਦਾ ਅਕਾਲੀ ਦਲ ਦਾ ਇਦੋਂ ਬਾਅਦ ਹੋਏਗਾ। ਪਰ ਕਿਉਂਕਿ ਜੇ ਇੱਕ ਏਕਤਾ ਵਾਲੀ ਉਹ ਗੱਲ ਹੁੰਦੀ ਹੈ, ਪਾਰਟੀ ਨੇ ਆਥੋਰਾਈਜ਼ ਨਹੀਂ ਕੀਤਾ ਕੋਈ ਮੀਟਿੰਗ ਕਰਨ ਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਬੜਾ ਕੋਈ ਕ੍ਰਾਈਮ ਹੋ ਜਾਂਦਾ। ਮੀਟਿੰਗ ਕਰਨਾ ਤੁਸੀਂ ਮੰਨਣੀ ਜਾਂ ਨਾ ਮੰਨਣੀ, ਇਹ ਤਾਂ ਪਾਰਟੀ ਦੇ ਸਹਾਰੇ ਹੁੰਦੀ ਹੈ, ਕਿਸੇ ਇੱਕ ਬੰਦੇ ਦੇ ਸਹਾਰੇ ਨਹੀਂ ਹੁੰਦੀ ਉਸ ਪੱਧਰ ਦੇ ਉੱਤੇ। ਤੇ ਜੇ ਚੰਦੂ ਮਾਜਰਾ ਉਹਨੇ ਵੀ ਇਹੀ ਗੱਲ ਕਰ ਰਹੇ ਨੇ ਉੱਥੇ ਖੜ ਕੇ, ਇਹ ਕਹਿ ਰਹੇ ਨੇ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ ਜੀ ਵੱਡੇ ਪੱਧਰ ਦੇ ਉੱਤੇ, ਤਾਂ ਪੰਥਕ ਏਕਤਾ ਕਿਵੇਂ ਹੋਏਗੀ, ਉਹਦਾ ਕੋਈ ਰੋਡ ਮੈਪ ਕੀ ਹੋਏਗਾ, ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਪਾਰਟੀ ਦੇ ਅੰਦਰ ਵੀ ਤੇ ਪਾਰਟੀ ਦੇ ਬਾਹਰ ਵੀ। ਝੂੰਦਾ ਕਮੇਟੀ ਦੀ ਰਿਪੋਰਟ ਤੇ ਜਿਹਦੇ ਤੇ ਕੁਝ ਗੱਲਾਂ ਖੜੀਆਂ ਨੇ, ਕੁਝ ਗੱਲਾਂ ਇਆਲੀ ਉਹਨਾਂ ਨੇ ਖੜੀਆਂ ਕੀਤੀਆਂ ਆਪਣੇ ਆਪ, ਕੁਝ ਗੱਲਾਂ ਬਾਕੀਆਂ ਨੇ। ਤੇ ਉਹਨਾਂ ਗੱਲਾਂ ਦਾ ਨਤੀਜਾ ਕੀ ਹੋਇਆ ਜੇ ਪਾਰਟੀ ਦੇ ਵਿੱਚ ਫਿਰ ਅੰਦਰੂਨੀ ਢਾਂਚਾ ਕਿਵੇਂ ਖੜਾ ਹੋਏਗਾ, ਉਹਦੀ ਮੈਂਬਰਸ਼ਿਪ ਕੱਟਣ ਤੋਂ ਲੈ ਕੇ, ਉਹਦੀਆਂ ਬਾਕੀ ਚੀਜ਼ਾਂ ਤੋਂ ਲੈ ਕੇ, ਜਨਰਲ ਅਜਲਾਸ ਤੋਂ ਲੈ ਕੇ, ਫਿਰ ਚੋਣ ਕਦੋਂ ਹੋਣੀ ਹੈ, ਕਿਵੇਂ ਹੋਣੀ ਹੈ। ਪਾਰਟੀ ਤਾਂ ਭੰਗ ਹੈ, ਕੇਵਲ ਅਨੁਸ਼ਾਸਨ ਕਮੇਟੀ ਹੈ ਤੇ ਵਰਕਿੰਗ ਕਮੇਟੀ ਜਿਹੜੀ ਹੈ ਬਸ ਪ੍ਰੈਕਟੀਕਲੀ ਉਹੀ ਹੈ, ਜਾਂ ਪ੍ਰਧਾਨ ਜੀ ਉਹੀ ਨੇ। ਤੇ ਫਿਰ ਕਿਵੇਂ ਕੰਮ ਚੱਲੂਗਾ? ਅਜੇ ਅੜਿਆ ਹੋਇਆ ਕੰਮ ਬੈਠਾ। ਔਰ ਬਾਕੀ ਦੀਆਂ ਧਿਰਾਂ ਮੇਰਾ ਖਿਆਲ ਹੈ ਇਸ ਹਾਲਤ 'ਚ ਨਾ ਬਾਕੀ ਦੀਆਂ ਧਿਰਾਂ ਤੇ ਨਾ ਇਹ ਅਜੇ ਤਿਆਰ ਨਹੀਂ। ਜਦੋਂ ਦੀ ਬੀਬੀ ਜਗੀਰ ਕੌਰ ਨੇ ਤਾਲ ਠੋਕਤੀ ਕਿ ਮੈਂ ਖੜੀ ਹੋਊਂਗੀ, ਉਦੋਂ ਦੀਆਂ ਸਾਰੀਆਂ ਵਿਰੋਧੀ ਧਿਰਾਂ ਵੀ ਫਿਰ ਐਕਟਿਵ ਹੋ ਗਈਆਂ ਨੇ ਵੀ ਚਲੋ ਰਲ ਮਿਲ ਕੇ ਹੀ ਸਹੀ, ਕੁਝ ਅੰਦਰੋਂ ਤੇ ਕੁਝ ਬਾਹਰੋਂ ਉੱਥੇ ਲਿਆਂਦਾ ਜਾਵੇ ਜਾ ਕੇ ਕੰਮ, ਜਿੱਥੇ ਮਜਬੂਰੀ ਇਹ ਬਣ ਜੇ ਕਿ ਹਾਂ ਅੰਦਰ ਸੋਚਣਾ ਪਏਗਾ, ਮੁੜ ਕੇ ਸਾਰੀਆਂ ਗੱਲਾਂ ਨੂੰ ਰਿਵਿਊ ਕਰਨਾ ਪਏਗਾ। ਔਰ ਜੇ ਜਗਮੀਤ ਬਰਾੜ ਨੂੰ ਉਦੋਂ ਪਹਿਲਾਂ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਰੌਲਾ ਰੱਪਾ ਥੋੜਾ ਮੋਟਾ ਬਾਅਦ ਜਿੰਨਾ ਕੁ ਉਹਨਾਂ ਦਾ ਅਸਰ ਹੋਏਗਾ ਉਹਨਾਂ ਕੁ ਪਏਗਾ। ਜੇ 6 ਤਰੀਕ ਤੋਂ ਬਾਅਦ ਹੁੰਦੀ ਹੈ, 9 ਤਰੀਕ ਤੋਂ, 9 ਨਵੰਬਰ ਤੋਂ, ਤਾਂ ਇੱਕ ਨਵਾਂ ਪੰਗਾ ਵੀ ਅਕਾਲੀ ਦਲ ਦੇ ਸਾਹਮਣੇ ਹੋਏਗਾ ਕਿ ਜੇ ਬੀਬੀ ਚੋਣ ਲੜਦੀ ਹੈ, ਜਿੰਨੇ ਬੰਦਿਆਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਕਿੰਨੇ ਬੰਦੇ ਵੋਟਾਂ ਪਾਉਣਗੇ, ਕੀ ਉਹਨੂੰ ਪਾਰਟੀ ਦੀ ਉਲੰਘਣਾ ਕਿਹੜਾ ਜੋ, ਹਾਲਾਂਕਿ ਇਹਦੇ ਵਿੱਚ
ਸ਼੍ਰੋਮਣੀ ਕਮੇਟੀ ਚ ਪਾਰਟੀ ਕੋਈ ਵਿਪ ਨਹੀਂ ਜਾਰੀ ਕਰ ਸਕਦੀ, ਜੀ ਜਿਵੇਂ ਕਿ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਹੈ ਕਿ ਵੋਟਾਂ ਪਾਉਣ ਲਈ ਇੱਧਰ ਉੱਧਰਲੀ ਗੱਲ ਹੁੰਦੀ ਹੈ। ਫਿਰ ਉਹਨੂੰ ਅਨੁਸ਼ਾਸਨਹੀਣਤਾ ਕਿਵੇਂ ਕਿਹਾ ਜਾਊਗਾ? ਟੈਕਨੀਕਲੀ ਅਨੁਸ਼ਾਸਨਹੀਣਤਾ ਫਿਰ ਤਾਂ ਇਹੀ ਕਿਹਾ ਜਾਊਗਾ ਕਿ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਆਪਾਂ ਉਹਦੀ ਹਮਾਇਤ ਨਹੀਂ ਕਰਨੀ, ਜਿਹਨੇ ਜਿਹਨੇ ਵੋਟ ਪਾਈ ਹੈ ਫਿਰ ਉਹਦੀ ਲੱਭਣਾ ਸ਼ੁਰੂ ਹੋ ਜਾਊਗਾ। ਫਿਰ ਉਹ ਫੁੱਟ ਪੈਂਦੀ ਹੈ ਨਹੀਂ ਪੈਂਦੀ, ਇਕੱਠੇ ਰਹਿਣੇ ਨੇ ਨਹੀਂ ਰਹਿਣੇ, ਇਹ ਇੱਕ ਵੱਡਾ ਅਜੇ ਗੋਰਖ ਧੰਦਾ ਹੈ ਜਿਹੜਾ ਕਿ 9 ਤਰੀਕ ਤੋਂ ਬਾਅਦ ਖੁੱਲੂਗੀ ਜਿਹੜੀ ਪਟਾਰੀ, ਕਿ ਉਹ ਕਿਹੋ ਜਿਹਾ ਹੋਣਾ ਤੇ ਉਹਦਾ ਨਤੀਜਾ ਕੀ ਹੋਏਗਾ। ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਰਹੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਪੂਰਾ ਡੈਮੋਕ੍ਰੇਟਿਕ ਆ। ਮੈਨੂੰ ਤਾਂ ਪਹਿਲਾਂ ਭੁਲੇਖਾ ਪੈ ਗਿਆ ਵੀ ਇਹਨਾਂ ਨੂੰ ਕਿਤੇ ਢੀਂਡਸੇ ਵਾਲੇ ਡੈਮੋਕ੍ਰੇਟਿਕ ਅਕਾਲੀ ਦਲ ਦੀ ਯਾਦ ਤਾਂ ਨਹੀਂ ਆ ਗਈ। ਮੈਂ ਆਪਣੇ ਆਪ ਨੂੰ ਦੁਬਾਰਾ ਇੱਕ ਵਾਰੀ ਚੈੱਕ ਕੀਤਾ ਵੀ ਮੈਂ ਠੀਕ ਸੁਣਿਆ। ਉਹ ਇਹੀ ਕਹਿ ਰਹੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਆ, ਤੇ ਜੇ ਡੈਮੋਕ੍ਰੇਟਿਕ ਆ ਤੇ ਫਿਰ ਜੇ ਬੀਬੀ ਜਗੀਰ ਕੌਰ ਇਲੈਕਸ਼ਨ ਲੜਦੀ ਹੈ ਜਾਂ ਉਹ ਇਲੈਕਸ਼ਨ ਲੜ ਕੇ ਕਿੰਨੇ ਵੋਟਾਂ ਲੈ ਕੇ ਜਾਂਦੇ, ਨਤੀਜੇ ਕੀ ਹੁੰਦੇ, ਇਹ ਗੱਲ ਅਲੱਗ ਆ। ਪਰ ਉਸ ਤੋਂ ਬਾਅਦ ਇਸ ਗੱਲ ਨੂੰ ਕਿਵੇਂ ਲਿਆ ਜਾਊਗਾ? ਪਾਰਟੀ ਦੀ ਖਿਲਾਫਤ ਮੰਨਿਆ ਜਾਊਗਾ, ਪਾਰਟੀ ਤੋੜਨ ਦੀ ਪ੍ਰਕਿਰਿਆ ਮੰਨੀ ਜਾਊਗੀ। ਜੇ ਡੈਮੋਕ੍ਰੇਟਿਕ ਆ ਤਾਂ ਫਿਰ ਤਾਂ ਜਗੀਰ ਕੌਰ ਦਾ ਹੱਕ ਬਣਦਾ। ਹੁਣ ਇਹ ਗੱਲ ਨੂੰ ਦਿਲਚਸਪੀ ਨਾਲ ਦੇਖਿਆ ਜਾਊਗਾ। ਜੇ ਕਈ ਦਿਨ ਪਏ ਆ ਔਰ ਇਹਨਾਂ ਕਈ ਦਿਨਾਂ 'ਚ ਸਰਗਰਮੀ ਹਮੀਰ ਸਿੰਘ ਜੀ ਇੰਨੀ ਵਧੀ ਹੋਈ ਆ, ਪਹਿਲੀ ਵਾਰੀ ਮੈਂਬਰ ਫੀਲ ਕਰ ਰਿਹਾ ਕਿ ਉਹਨਾਂ ਦਾ ਮੁੱਲ ਪੈ ਰਿਹਾ। ਪਹਿਲਾਂ ਤਾਂ ਆਮ ਤੌਰ ਤੇ ਗੁਰਦਾਸ ਹਾਲ 'ਚ ਸੱਦ ਲਏ ਜਾਂਦੇ ਸੀ ਇੱਕ ਦਿਨ ਪਹਿਲਾਂ, ਔਰ ਉੱਥੇ ਸੱਦ ਕੇ ਇੱਕ ਮੀਟਿੰਗ ਕੀਤੀ ਜਾਂਦੀ ਸੀ ਜਿੱਥੇ 2-3 ਬੰਦੇ ਭਾਸ਼ਣ ਕਰਦੇ ਸੀ ਔਰ ਫਿਰ ਪ੍ਰਧਾਨ ਜੀ ਨੂੰ ਅਖਤਿਆਰ ਦੇ ਦਿੱਤੇ ਜਾਂਦੇ ਸੀ, ਅਧਿਕਾਰ ਦੇ ਦਿੱਤੇ ਜਾਂਦੇ ਸੀ ਵੀ ਤੁਸੀਂ ਚੁਣੋ। ਫਿਰ ਬਹੁਤ ਬਾਦਲ ਸਾਹਿਬ ਤਾਂ ਗੁਰਦਾਸ ਹਾਲ ਦੇ ਉੱਤੇ ਇੱਕ ਕਮਰਾ ਸੀ, ਕਈ ਸਾਲ ਮੈਨੂੰ ਯਾਦ ਹੈ, ਉੱਥੇ ਇਕੱਲੇ ਮੈਂਬਰ ਨੂੰ ਮਿਲਦੇ ਹੁੰਦੇ ਸੀ ਔਰ ਫੈਸਲਾ ਤੇ ਉਹਨਾਂ ਨੇ ਪਹਿਲਾਂ ਹੀ ਕੀਤਾ ਹੋਊ ਜਾਂ ਦੱਸਦੇ ਤਾਂ ਕਿਸੇ ਨੂੰ ਹੁੰਦੇ ਨਹੀਂ ਸੀ। ਸਵੇਰੇ 1 ਵਜੇ ਚੋਂ ਅਜਲਾਸ ਸ਼ੁਰੂ ਹੋਣਾ ਹੁੰਦਾ ਸੀ, ਜਦੋਂ ਕਾਰਵਾਈ ਸ਼ੁਰੂ ਹੁੰਦੀ ਸੀ ਫਿਰ ਨਾਂ ਦਿੱਤਾ ਜਾਂਦਾ ਸੀ, ਅਨਾਉਂਸ ਹੁੰਦਾ ਸੀ। ਉਦੋਂ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਸੀ ਹੁੰਦਾ। ਵਡੂੰਗਰ ਸਾਹਿਬ ਐਵੇਂ ਹੀ ਨਿਕਲ ਕੇ ਆਏ ਔਰ ਇਸੇ ਤਰੀਕੇ ਨਾਲ ਹੋਰ ਵੀ ਬੜੇ ਪ੍ਰਧਾਨ ਜਿਹੜੇ ਆ ਉਹ ਇਸ ਤਰੀਕੇ ਨਾਲ ਨਿਕਲਦੇ ਰਹੇ। ਪਰ ਸਵਾਲ ਹੁਣ ਇਹ ਖੜਾ ਹੋ ਗਿਆ ਕਿ ਇਸ ਵਾਰੀ ਤੁਹਾਨੂੰ ਘਰ ਘਰ ਜਾਣਾ ਪੈ ਰਿਹਾ, ਸਾਰੀਆਂ ਧਿਰਾਂ ਨੂੰ ਘਰ ਘਰ ਜਾਣਾ ਪੈ ਰਿਹਾ। ਘੁੰਨਸ ਸਾਹਿਬ ਦੀ ਜੇ ਗੱਲ ਕਰੀਏ, ਸੰਤ ਬਲਬੀਰ ਸਿੰਘ ਘੁੰਨਸ ਉਹ ਮੇਰੇ ਖਿਆਲ ਵਾਹਦ ਸ਼ਖਸ ਨੇ ਜਿਨ੍ਹਾਂ ਦੇ ਘਰ ਸਾਰੇ ਹੀ ਜਾਏ। ਮੇਰਾ ਨਹੀਂ ਖਿਆਲ ਕਿ ਪਿਛਲੇ ਸਾਲ ਦੇ ਵਿੱਚ ਕੋਈ ਉਹਨਾਂ ਵੱਲ ਏਦਾਂ ਲੀਡਰ ਗਏ ਹੋਣਗੇ, ਤੇ ਉਹ ਵੀ ਪੂਰੇ ਘਾਗ ਸਿਆਸਤਦਾਨ। ਉਹ ਕਹਿੰਦੇ ਮੈਂ ਵਿਦੇਸ਼ੋਂ ਆਇਆ ਸੀ, ਮੇਰਾ ਹਾਲ ਚਾਲ ਪੁੱਛਣ ਆ ਜਾਂਦੇ ਸਾਰੇ। ਹੁਣ ਸੁਖਬੀਰ ਬਾਦਲ ਵੀ ਇੱਕ ਦਿਨ ਕਾਫੀ ਮਸ਼ੱਕਤ ਸ਼ਾਮ ਜੀ ਨੂੰ ਕਰਕੇ ਆਏ ਸੀ। ਹੁਣ ਸਰਦਾਰ ਹਮੀਰ ਸਿੰਘ ਜੀ, ਇਹ ਸਵਾਲ 9 ਤਰੀਕ ਵਾਲੇ ਦਿਨ ਬੜਾ ਵੱਡਾ ਹੱਲ ਹੋਣਾ ਹੈ ਕਿ ਅਕਾਲੀ ਦਲ ਦੀ ਦਿਸ਼ਾ ਕੀ ਹੋਊਗੀ ਅੱਗੇ ਔਰ ਸ਼੍ਰੋਮਣੀ ਕਮੇਟੀ ਦਾ ਸਰੂਪ ਕੀ ਹੋਊਗਾ। ਆਖਰ ਕਿੰਨੀਆਂ ਵੋਟਾਂ ਨਾਲ ਪ੍ਰਧਾਨ ਕੋਈ ਬਣਦਾ, ਕਿਹੜੀ ਧਿਰ ਚੋਂ ਬਣਦਾ। ਅਕਾਲੀ ਦਲ ਬੜਾ ਕੌਨਫੀਡੈਂਟ ਹੈ ਕਿ ਪਾਰਟੀ ਦੀਆਂ ਵੋਟਾਂ ਸਿਰਫ ਪਾਰਟੀ ਨੂੰ ਪੈਂਦੀਆਂ, ਲੇਕਿਨ ਬੀਬੀ ਜਗੀਰ ਕੌਰ ਨੂੰ ਜਾਣਨ ਵਾਲੇ ਤੇ ਉਹਨਾਂ ਦੇ ਨੇੜਲੇ ਦੱਸਦੇ ਆ ਕਿ ਉਹਨਾਂ ਨੂੰ ਹੁੰਗਾਰਾ ਵੀ ਬੜਾ ਗਰਮਜੋਸ਼ੀ ਵਾਲਾ ਮਿਲ ਰਿਹਾ। ਇਹ ਬੜਾ ਦਿਲਚਸਪ ਹੋਊਗਾ ਦੇਖਣ ਵਾਲਾ। ਅੱਗੇ ਚੱਲਦੇ ਆ, 2 ਸਵਾਲ ਬਹੁਤ ਵੱਡੇ ਐਡਰੈਸ ਕਰਨ ਵਾਲੇ, ਪਰ ਆਪਾਂ ਪੰਜਾਬ ਦੀ ਆਰਥਿਕ ਹਾਲਤ ਨਾਲ ਤੁਰਦੇ ਆ ਅੱਗੇ। ਪੰਜਾਬ ਦੇਰ ਤੋਂ, ਮੈਂ ਤਾਂ ਇਹ ਕਹੂੰਗਾ ਕਿ ਲਗਭਗ ਖਾੜਕੂਵਾਦ ਵੇਲੇ ਟੈਰਰਿਜ਼ਮ ਦੌਰਾਨ ਗਵਰਨਰ ਰਾਜ ਵੇਲੇ ਤੋਂ ਹੀ ਜਿਹੜੇ ਕਰਜ਼ੇ ਲਏ ਗਏ, ਕੇਂਦਰ ਨੇ ਵੱਖ-ਵੱਖ ਮੌਕਿਆਂ ਤੇ ਫੋਰਸਸ ਦੇ ਉੱਤੇ ਖਰਚੇ ਕੀਤੇ ਆ, ਪੈਰਾਮਿਲਟਰੀ ਫੋਰਸਸ ਆਰਮੀ ਦੇ ਉੱਤੇ, ਉਹ ਵੀ ਮੁੜ ਕੇ ਪੰਜਾਬ ਦੇ ਸਿਰ ਪਾਏ ਗਏ। ਭਾਵੇਂ ਗੁਜਰਾਲ ਸਾਹਿਬ ਵੇਲੇ ਆ ਕੇ ਕੁਝ ਚੀਜ਼ਾਂ ਕਹੀਆਂ ਗਈਆਂ ਕਿ ਕੁਝ ਮਾਫ ਕਰਤੇ ਆ, ਕੁਝ ਵਿਆਜ ਛੱਡਤੇ ਆ, ਪਰ ਅਸਲੀਅਤ ਇਹ ਆ ਕਿ ਉਦੋਂ ਤੋਂ ਚੜਨਾ ਸ਼ੁਰੂ ਹੋਇਆ ਕਰਜ਼ਾ ਤੇ ਵੈਸੇ ਸਾਰੇ ਸੂਬਿਆਂ ਦੇ ਸਿਰ ਆ। ਪੰਜਾਬ ਨੇ ਹੁਣ 14,000 ਕਰੋੜ 6 ਮਹੀਨਿਆਂ ਦੇ ਵਿੱਚ ਫੇਰ ਲੈ ਲਿਆ। GST ਤੋਂ ਲੈ ਕੇ ਸ਼ਰਾਬ ਜਿਹੜੀ ਪਾਲਿਸੀ ਬਣਾਈ ਗਈ ਸੀ ਉਹਦੇ ਵਿੱਚ ਤਾਂ ਕਾਫੀ ਵੱਡਾ ਮਾਰਜਨ ਦਿਖਾਇਆ ਗਿਆ ਸੀ ਵੀ ਇਹਦੇ ਚੋਂ ਕਾਫੀ ਪੈਸੇ ਆਉਣ ਵਾਲੇ ਆ, ਤੇ ਹੁਣ ਪਤਾ ਲੱਗਿਆ ਕਿ ਉਹ ਬਹੁਤ ਜ਼ਿਆਦਾ ਨਹੀਂ ਆਏ, ਬਹੁਤ 0.% ਹੀ ਕੋਈ ਪੈਸੇ ਅੱਗੇ ਨਾਲੋਂ ਵਧਿਆ ਮਾਲੀਆ। ਬਾਕੀ ਚੀਜ਼ਾਂ 'ਚ ਮਾਲੀਆ ਘਟ ਗਿਆ। ਚੀਮਾ ਸਾਹਿਬ ਕਹਿੰਦੇ ਸੀ ਬਹੁਤ ਵੱਧ ਗਿਆ, ਕਲੈਕਸ਼ਨ ਬਹੁਤ ਵੱਧ ਗਈ, ਪਰ ਜਿਹੜੇ ਅੰਕੜੇ ਜਾਰੀ ਹੋਏ ਆ ਇੱਕ ਅਖਬਾਰ ਦੇ ਵੱਡੇ ਜਰਨਲਿਸਟ ਦੀ ਰਿਪੋਰਟ ਅਨੁਸਾਰ, ਉਹ ਤਾਂ ਕੋਈ ਹੋਰ ਤਸਵੀਰ ਪੇਸ਼ ਕਰ ਰਿਹਾ। ਹਮੀਰ ਸਿੰਘ ਜੀ, ਇਹਨੂੰ ਕਿਵੇਂ ਲਈਏ? ਆਖਰ ਇਸ ਤਰ੍ਹਾਂ ਸਟੇਟ ਕਿਵੇਂ ਅੱਗੇ ਵਧੂਗੀ? ਇਨਫਰਾਸਟ੍ਰਕਚਰ ਤੋਂ ਲੈ ਕੇ ਜਿਹੜੇ ਹੋਰ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦੇਣੀਆਂ ਹੁੰਦੀਆਂ ਉਹ ਕਿੱਦਾਂ ਅੱਗੇ ਵਧਣਗੀਆਂ? ਆਪਾਂ ਦਿਨ ਬ ਦਿਨ ਕਰਜ਼ਾ ਚੁੱਕ ਕੇ ਤਾਂ ਗੁਜ਼ਾਰਾ ਨਹੀਂ ਨਾ ਕਰ ਸਕਦੇ, ਤੇ ਬਹਿਸ ਕਿਸੇ ਪੱਧਰ ਤੇ ਹੋ ਹੀ ਨਹੀਂ ਰਹੀ। ਕੀ ਕਹਿੰਦੇ ਹੋ? ਹਾਂ ਬਿਲਕੁਲ, ਹਾਲਾਂਕਿ ਇਹਨਾਂ ਦੇ ਬਜਟ ਡਾਕੂਮੈਂਟ ਦੇ ਵਿੱਚ ਹੀ ਕਲੀਅਰ ਕੱਟ ਸੀ ਕਿ ਹੋ ਸਕਦਾ 40-45 ਹਜ਼ਾਰ ਕਰੋੜ ਤੱਕ ਕਰਜ਼ਾ ਚਲਾ ਜਾਵੇ ਪੂਰੇ ਸਾਲ ਦੇ ਵਿੱਚ, ਜਿਹੜਾ ਨਵਾਂ ਲੈਣਾ ਪਊਗਾ ਜੇ ਪੂਰੀਆਂ ਲੋੜਾਂ ਜਿੰਨੀਆਂ ਇਹਨਾਂ ਨੇ ਅਨਾਉਂਸ ਕੀਤੀਆਂ, ਜੇ ਬਾਕੀ ਚੀਜ਼ਾਂ ਸਾਰੀਆਂ ਦਾ ਮਤਲਬ ਉਹ ਕਰਨਾ ਪੈਂਦਾ, ਇਹਨਾਂ ਨੂੰ ਭੁਗਤਾਨ ਕਰਨਾ ਪੈਂਦਾ, ਸਹੀ ਰੂਪ ਦੇ ਵਿੱਚ ਕਰਨਗੇ ਤਾਂ ਹੋਰ ਹੈ।
ਤਾਂ ਇਟ ਮੀਨ ਜੋ ਉਹਦਾ ਵਿਆਜ ਹੀ ਦੇਖ ਲਓ 20,000 ਕਰੋੜ ਤਾਂ ਪਰ ਹੁਣ ਜਾਂਦਾ ਹੈ ਨਾ ਵਿਆਜ, ਜਿਹੜਾ ਸਾਲਾਨਾ ਉਹਦਾ ਦੇਣਾ ਪਊਗਾ, ਇਕੱਲੇ ਕਰਜ਼ੇ ਦਾ ਵਿਆਜ ਹੈ, ਜੀ ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ। ਔਰ ਫਿਰ ਜਦੋਂ ਤੁਸੀਂ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਹਰ ਮਹੀਨੇ ਇੱਕ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਕਿ 1100 ਕਰੋੜ ਵਾਧੂ ਆ ਗਿਆ ਜੀ ਸਾਡੇ, ਹਨਾ। ਲੋਕ ਕਹਿੰਦੇ ਨੇ ਵੀ 1100 ਕਰੋੜ ਆ ਗਿਆ ਜੀ, ਇਹਦਾ ਮਤਲਬ ਤਾਂ ਹੁਣ ਸਾਲ ਤਾਂ ਠੀਕ ਹੈ, 6 ਮਹੀਨਿਆਂ 'ਚ 3 ਮਹੀਨੇ ਇਹੋ ਜਿਹੇ ਗੁਜ਼ਰੇ ਨੇ ਜਿੱਥੇ ਮੁਲਾਜ਼ਮਾਂ ਨੂੰ ਉਹਨਾਂ ਦੇ ਟਾਈਮ ਤੇ ਤਨਖਾਹ ਨਹੀਂ ਮਿਲੀ, ਕਾਫੀ ਵੱਡੇ ਸੈਕਸ਼ਨ। ਉਦੋਂ ਕਿਹਾ ਇਹ ਗਿਆ ਕੁਝ ਨਾ ਕੁਝ ਕਰਕੇ ਵੀ ਕਾਹ ਟੈਕਨੀਕਲ ਦਿੱਕਤ ਆ ਗਈ ਸੀ, ਦੂਜੇ ਦਾ ਕਿਹਾ ਗਿਆ ਆਹ ਟੈਕਨੀਕਲ ਦਿੱਕਤ ਆ ਗਈ ਸੀ, ਤੀਜੇ ਦਾ ਕੁਝ ਕਿਹਾ, ਪਰ ਉਹ ਚੀਜ਼ਾਂ ਥੋੜਾ ਇਹਦਾ ਮਤਲਬ ਪਰੇਸ਼ਾਨੀ ਸੀਗੀ ਕਿ ਜਦੋਂ ਤੁਸੀਂ ਟਾਈਮ ਤੇ ਤਨਖਾਹਾਂ ਵੀ ਨਹੀਂ ਦੇ ਸਕਦੇ ਉਸ ਪੱਧਰ ਦੇ ਉੱਤੇ, ਔਰ ਨਾਲ ਦੀ ਨਾਲ ਜੋ ਤੁਹਾਡੀ ਵਿਉਂਤਬੰਦੀ ਸੀ ਉਹ ਗੜਬੜਾ ਗਈ। ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਸੀ ਕਿ ਅਸੀਂ ਰੇਤੇ ਤੋਂ ਹੀ 20,000 ਕਰੋੜ ਰੁਪਈਆ ਅਲੱਗ ਜ਼ਿਆਦਾ ਬਣਾ ਲਾਂਗੇ, ਤੁਸੀਂ ਕਹਿੰਦੇ ਸੀ ਅਸੀਂ 6200 ਕਰੋੜ ਰੁਪਈਆ ਕੱਲਾ ਆਬਕਾਰੀ ਪਾਲਿਸੀ ਚੋਂ ਹੀ ਜ਼ਿਆਦਾ ਲੈ ਲਾਂਗੇ, ਪਰ ਜਿਹੜਾ ਹੁਣ ਫੈਕਟ ਦਿੱਤਾ ਗਿਆ ਤੇ ਇਹ ਮੁਸ਼ਕਲ ਨਾਲ ਹੀ 2% ਤੋਂ ਉੱਪਰ ਨਹੀਂ ਜਾ ਰਿਹਾ ਕਿ ਤੁਸੀਂ ਕਿੰਨਾ ਕੁ ਜ਼ਿਆਦਾ ਵਧਾ ਰਹੇ ਹੋ ਜਾਂ ਕਿੰਨਾ ਕੁ ਹੁਣ ਤੱਕ ਜ਼ਿਆਦਾ ਰੈਵਨਿਊ ਤੁਹਾਡੇ ਕੋਲ ਆ ਰਿਹਾ। ਔਰ ਫਿਰ ਨਾ ਉਧਰ ਬਲਕਿ ਨਾ ਰੇਤੇ ਤੋਂ ਪੈਸਾ ਆ ਰਿਹਾ ਨਾ ਰੇਤਾ ਮਿਲਦਾ ਲੋਕਾਂ ਨੂੰ, ਦੋ ਹੀ ਗੱਲਾਂ 'ਚ ਨਵਾਂ ਪੰਗਾ ਇੱਕ ਫਸਿਆ ਖੜਾ ਹੈ। ਤੇ ਇਸੇ ਤਰੀਕੇ ਦੇ ਨਾਲ ਇਹ ਗੱਲ ਹੈ ਕਿ ਤੁਸੀਂ ਕਿਹਾ ਵੀ ਤੇਲ ਤੇ ਜਾਂ ਬਾਕੀ ਤੇ ਵੀ ਜੇ ਘਟਦਾ ਸੀਗਾ, ਇਟ ਮੀਨ ਇਹ ਹੈ ਕਿ ਤੇਲ ਦੇ ਉੱਤੇ ਤਾਂ ਉਹ ਹਾਲਾਂਕਿ GST ਦੇ ਦਾਇਰੇ ਦੇ ਵਿੱਚ ਨਹੀਂ ਆਉਂਦੀ, ਔਰ ਲੋਕਾਂ ਨੇ ਐਡੀ ਵੱਡੀ ਮਹਿੰਗਾਈ ਜਦੋਂ ਵੱਧ ਜਾਂਦੀ ਹੈ ਤਾਂ ਲੋਕ ਸੰਜਮ ਵਰਤਣਾ ਸ਼ੁਰੂ ਕਰ ਗਏ ਨੇ। ਫਿਰ ਇਹਦਾ ਮਤਲਬ ਉਹਨਾਂ ਨਹੀਂ ਤੇਲ ਫੂਕ ਕੇ ਰਾਜੀ, ਤੇ ਉਹਨਾਂ ਨੇ ਕੁਝ ਸਲੋ ਕਰਤੀ ਹੈ ਇਕਨੋਮੀ, ਉਹਨਾਂ ਦੀ ਜੇਬ 'ਚ ਪੈਸਾ ਉਹਨਾਂ ਨਹੀਂ ਗਿਆ ਜਿੰਨਾ ਪਹਿਲਾਂ ਜਾਣਾ ਚਾਹੀਦਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਇਕਨੋਮੀ ਦੇ ਮੰਦਵਾੜੇ ਵੱਲ ਸਾਨੂੰ ਇੱਕ ਸੰਕੇਤ ਕਰਦੀ ਹੈ ਚੀਜ਼ ਕਿ ਜਦੋਂ ਲੋਕਾਂ ਦੀ ਪਰਚੇਜਿੰਗ ਪਾਵਰ ਘਟ ਜਾਂਦੀ ਹੈ, ਖਰੀਦ ਸ਼ਕਤੀ ਘਟ ਜਾਂਦੀ ਹੈ, ਤਾਂ ਉਹ ਚੀਜ਼ਾਂ ਖਰੀਦਣਾ ਵੱਧ ਘਟ ਜਾਂਦੇ ਨੇ ਤੇ ਤੁਹਾਡਾ ਟੈਕਸ ਵੀ ਘਟ ਜਾਂਦਾ। ਫਿਰ GST ਦਾ ਮਾਮਲਾ ਹੈ, GST ਸਾਨੂੰ ਦੱਸਿਆ ਗਿਆ ਸੀ ਕਿ 1178 ਕਰੋੜ ਰੁਪਏ ਦੇ ਕਰੀਬ ਸਾਨੂੰ ਵਾਧੂ ਆ ਗਿਆ ਜੀ, ਸਾਡਾ ਇੰਨਾ ਜ਼ਿਆਦਾ ਵੱਧ ਗਿਆ। ਹਾਲਾਂਕਿ ਜੇ ਕੰਪੈਰੀਜ਼ਨ ਕਰਦੇ ਬਾਕੀ ਸਟੇਟਾਂ ਦਾ ਸਾਡੇ ਤੋਂ ਕਈ ਗੁਣਾ ਵੱਧ ਵਧਿਆ ਸੀ, ਪਰ ਇਦੋਂ ਉਲਟ ਸਾਨੂੰ ਨਹੀਂ ਦੱਸਿਆ ਜਾ ਰਿਹਾ। ਇੱਕ ਉਹ ਇਹ ਨਹੀਂ ਦੱਸਿਆ ਜਾ ਰਿਹਾ ਕਿ 5 ਸਾਲ ਦਾ ਕੇਂਦਰ ਸਰਕਾਰ ਵੱਲੋਂ ਜਿਹੜਾ ਪੂਰਾ ਹੋ ਗਿਆ ਸੀ ਕੰਮ, ਕੇਂਦਰੀ ਐਕਟ 'ਚ ਇਹ ਲਿਖਿਆ ਸੀ ਕਿ 5 ਸਾਲ ਤੱਕ ਕੇਂਦਰ ਦੇਊਗਾ ਪੈਸੇ ਜੇ 14% ਵਾਧੇ ਦੀ ਦਰ ਨੂੰ ਅਚੀਵ ਨਹੀਂ ਕੀਤਾ ਜਾਂਦਾ ਕਿਸੇ ਸਟੇਟ ਵੱਲੋਂ ਆਪਣੇ ਰੈਵਨਿਊ, ਔਰ ਸਾਡੀ ਸਟੇਟ ਉਹ ਰੈਵਨਿਊ ਦਾ ਵਾਧਾ ਪੂਰਾ ਨਹੀਂ ਕਰਦੀ ਸੀ। ਇਸ ਲਈ 17,000 ਕਰੋੜ ਰੁਪਏ ਤੱਕ ਸਾਨੂੰ ਮਿਲਦਾ ਰਿਹਾ ਸਾਲ ਦਾ, 13 ਤੋਂ ਲੈ ਕੇ 17 ਤੱਕ ਅਲੱਗ-ਅਲੱਗ ਵਜ੍ਹਾ ਨਾਲ। ਐਤਕੀ ਉਹ ਵੀ ਬੰਦ ਹੋ ਜਾਣਾ, ਉਹ 17,000 ਕਰੋੜ ਕਿੱਥੋਂ ਆਊਗਾ? ਫਿਰ ਤੁਸੀਂ ਨਵੇਂ ਐਲਾਨ ਕਰਤੇ ਨੇ ਕਿੰਨੇ, ਜਿਹੜੇ ਐਲਾਨਾਂ ਦਾ ਪੈਸਾ ਤੁਹਾਨੂੰ ਦੇਣਾ ਪੈਣਾ। ਬਿਜਲੀ ਵਾਲਿਆਂ ਦਾ ਵੀ ਅਜੇ ਬਕਾਇਆ, ਪਹਿਲਾਂ ਵੀ ਆਪਾਂ ਗੱਲ ਕੀਤੀ 10, 11, 12,000 ਕਰੋੜ ਰੁਪਈਆ ਖੜਾ ਹੈ, ਪੁਰਾਣਾ ਵੀ ਰਹਿੰਦਾ, ਪੁਰਾਣੀਆਂ ਸਰਕਾਰਾਂ ਦਾ ਕੁਝ ਇਹਨਾਂ ਦਾ ਰਹਿੰਦਾ। ਔਰ ਇਸੇ ਢੰਗ ਨਾਲ ਅਜੇ ਕਿਸਾਨ ਉੱਥੇ ਬੈਠੇ ਨੇ ਜਿਹੜੇ ਨੂੰ ਚੀਫ ਮਿਨਿਸਟਰ ਕਹਿੰਦੇ ਨੇ ਵੀ ਇਹ ਤਾਂ ਐਵੇਂ ਹੀ ਬੈਠੇ ਨੇ, ਕੁਝ ਤਾਂ ਇਮੀਡੀਏਟ ਮੰਗਾਂ ਨੇ ਐਵੇਂ ਕੀ ਜੇ 26,000 ਕਰੋੜ ਰੁਪਈਆ ਨਰਮੇ ਦੀ ਸੁੰਡੀ ਦਾ ਬਕਾਇਆ ਰਹਿੰਦਾ, ਲੰਪੀ ਸਕਿਨ ਡਿਜੀਜ਼ ਦੇ ਤਹਿਤ ਗਊਆਂ ਮਰੀਆਂ, ਤੁਸੀਂ ਕਿਹਾ ਕਿ ਅਸੀਂ ਪੈਸੇ ਦੇਾਂਗੇ, ਅਜੇ ਤੱਕ ਸਰਵੇ ਨਹੀਂ ਹੋਇਆ ਤੇ ਉਹ ਪੈਸੇ ਕਿੱਥੋਂ ਆਉਣੇ ਨੇ? ਫਿਰ ਤੁਸੀਂ ਇਹ ਕਹਿਤਾ ਕਿ ਜੀ ਅਜੇ ਅਸੀਂ ਉਹ 5100 ਰੁਪਈਆ ਦੇਣਾ, ਹੁਣ ਲੋਕਾਂ ਦੇ ਖਾਤੇ 'ਚ ਗਿਆ ਉਹਦੇ 'ਚ ਕੁਝ ਪੈਸਾ ਜਿਹੜਾ ਡਾਇਰੈਕਟ ਸੋਇੰਗ ਦਾ ਸੀਗਾ। ਇਹਦਾ ਮਤਲਬ ਲੇਟ ਤਾਂ ਹੁੰਦਾ ਜੇ ਤੁਹਾਡੇ ਖਜ਼ਾਨੇ 'ਚ ਪੈਸਾ ਨਹੀਂ ਹੈ, ਨਹੀਂ ਲੋਕ ਫਿਰ ਇਹ ਮੰਨ ਲੈਣਗੇ ਕਿ ਤੁਸੀਂ ਜਾਣਬੁੱਝ ਕੇ, ਜੇ ਤੁਹਾਡਾ ਖਜ਼ਾਨਾ ਭਰਿਆ ਫਿਰ ਲੋਕ ਕਹਿਣਗੇ ਫਿਰ ਦਿੰਦੇ ਕਿਉਂ ਨਹੀਂ? ਜੇ ਖਜ਼ਾਨਾ ਭਰਿਆ ਜਾਣਬੁੱਝ ਕੇ ਕਿਉਂ ਉਸ ਨਾਲ ਹੇਰਾ ਫੇਰੀ ਉਸ ਲੈਵਲ ਦੇ ਉੱਤੇ ਕਰਦੇ ਹੋ? ਔਰ ਇਸੇ ਕਰਕੇ ਹੁਣ ਜਿਹੜੀਆਂ ਨਵੀਆਂ ਗੱਲਾਂ ਆਉਣਗੀਆਂ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, 28,000 ਬੰਦਿਆਂ ਨੂੰ ਰੈਗੂਲਰ ਕਰਨਾ, ਇੰਨੀ ਭਰਤੀ ਕਰਨਾ, ਉਹਦੇ ਤੇ ਕਿੰਨਾ ਅਮਾਊਂਟ ਆਊਗਾ ਇਹ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ ਨਾ। ਕੱਲਾ ਡੀਏ ਨਾਲ 1200 ਕਰੋੜ ਰੁਪਈਆ ਹੋ ਗਿਆ ਜੀ, ਸਾਲ ਦਾ ਐਡੀਸ਼ਨ ਹੋ ਗਈ ਹੈ, ਤੇ ਬਾਕੀ ਲੋਕ ਕਿੱਥੇ ਨੇ? ਇਸ ਲਈ ਅਜੇ ਸਭ ਤੋਂ ਬੜੀ ਖਤਰਨਾਕ ਗੱਲ ਇਹ ਨਹੀਂ ਕਿ ਸਾਡੇ ਸਿਰ ਕਰਜ਼ਾ ਚੜ ਰਿਹਾ ਜਾਂ ਸਾਡਾ ਰੈਵਨਿਊ ਘਟ ਰਿਹਾ, ਖਤਰਨਾਕ ਗੱਲ ਇਹ ਹੈ ਕਿ ਸਰਕਾਰ ਪੇਸ਼ਕਾਰੀ ਇਹ ਕਰ ਰਹੀ ਹੈ ਕਿ ਹੁਣ ਕੋਈ ਘਾਟਾ ਨਹੀਂ। ਹਕੀਕਤ ਨਾਲ ਨਜ਼ਰ ਮਿਲਾਉਣ ਦੀ ਬਜਾਏ, ਇਹ ਕਹਿਣ ਦੀ ਬਜਾਏ ਕਿ ਕੋਈ ਰਿਸੋਰਸ ਮੋਬਿਲਾਈਜੇਸ਼ਨ ਕਮੇਟੀ ਬਣਾਈ ਜਾਏ, ਇੱਥੋਂ ਨਹੀਂ ਤਾਂ ਉੱਥੋਂ, ਉੱਥੋਂ ਨਹੀਂ ਤਾਂ ਉੱਥੋਂ ਕਿੱਥੋਂ ਪੈਸਾ ਆਊਗਾ, ਉਹ ਸਾਰੀਆਂ ਗੱਲਾਂ ਕਰਨ ਦੀ ਬਜਾਏ ਅਜੇ ਮੈਨੂੰ ਲੱਗਦਾ ਸਰਕਾਰ ਮੂਡ 'ਚ ਹੈ ਗੁਜਰਾਤ ਤੇ ਹਿਮਾਚਲ ਤੱਕ, ਤਾਂ ਕਿ ਉਹਨਾਂ ਨੂੰ ਲੱਗੇ ਕਿ ਪੂਰਾ ਪੈਸਾ ਹੈ, ਕੋਈ ਗੱਲ ਨਹੀਂ, ਆਪਾਂ ਉਸੇ ਤਰੀਕੇ ਨਾਲ ਚੱਲਾਂਗੇ। ਔਰ ਦਿੱਲੀ ਦੀ ਸਰਕਾਰ ਨੇ ਵੀ ਐਵੇਂ ਕੀਤਾ ਸੀ। ਆਪਣੇ ਦਰਸ਼ਕਾਂ ਦੇ ਯਾਦ ਹੋਣਾ ਕਿ ਦਿੱਲੀ ਦੇ ਵਿੱਚ ਉਲਟਾ ਫੈਸਲਾ ਹੁਣ ਇਹਨਾਂ ਨੇ ਕਰਤਾ, ਜਿਹੜੇ ਫ੍ਰੀ ਬਿਜਲੀ ਨਹੀਂ ਲੈਣਾ ਚਾਹੁੰਦੇ ਉਹ ਦੱਸੋ ਜੀ ਸਾਨੂੰ ਓਪਨਲੀ ਆ ਕੇ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਕਿ ਜਿਹੜੇ ਬੰਦੇ ਸਬਸਿਡੀ ਨਹੀਂ ਲੈਣਾ ਚਾਹੁੰਦੇ ਉਹ ਆਪਣਾ ਆਪਣਾ ਸਬਸਿਡੀ ਛੱਡ ਦਿਓ। ਪਹਿਲਾਂ ਕਿਹਾ ਅਮੀਰ ਛੱਡ ਦਿਓ, ਹੌਲੀ ਹੌਲੀ ਟੋਟਲ ਦੀ ਛਡਾਤੀ ਤੇ ਸਾਰਾ ਗੈਸ ਸਿਲੰਡਰ ਪੂਰੇ ਪੈਸੇ ਸਭ ਨੂੰ ਪੱਲੇ ਪੈ ਗਿਆ।
ਉਹੋ ਜਿਹੀ ਚਾਰਾ ਦਿੱਲੀ 'ਚ ਹੋ ਰਿਹਾ ਆਉਣ ਵਾਲੇ ਦਿਨਾਂ 'ਚ, ਤਾਂ ਪੰਜਾਬ ਦੇ ਲੋਕ ਕੀ ਕਰਨਗੇ? ਪੰਜਾਬ ਦੇ ਲੋਕਾਂ ਦੇ ਸਿਰ ਤੇ ਕਿਹੜਾ ਡਮਾਰ 'ਚ ਪੈਣਾ ਹੈ, ਕਿੰਨੇ ਪੈਸੇ ਹੋਰ ਆਉਣਗੇ ਬਾਕੀ ਦੇ? ਇਹ ਸੁਣ ਕੇ ਲੋਕਾਂ ਨੂੰ ਮੇਰੇ ਖਿਆਲ ਥੋੜੀ ਚਿੰਤਾ ਹੋਣੀ ਚਾਹੀਦੀ ਹੈ, ਔਰ ਇਹ ਪੁੱਛਣੇ ਵੀ ਚਾਹੀਦੇ ਨੇ ਸਵਾਲ ਕਿ ਅਰਥ ਵਿਵਸਥਾ ਦੀ ਸਭ ਤੋਂ ਰੀੜ ਦੀ ਹੱਡੀ ਹੁੰਦੀ ਹੈ, ਇਹ ਤੇ ਖੁੱਲ ਕੇ ਚਰਚਾ ਓਪਨ ਪਾਰਦਰਸ਼ੀ ਤਰੀਕੇ ਦੇ ਨਾਲ ਜੋ ਵੀ ਚੀਜ਼ ਹੋਵੇ ਲੋਕਾਂ ਦੇ ਸਾਹਮਣੇ ਰਹਿਣੀ ਚਾਹੀਦੀ। ਇੱਕ ਛੋਟੀ ਜਿਹੀ ਟਿੱਪਣੀ ਜਾਂਦੇ ਜਾਂਦੇ ਉਹ ਬੜੀ ਜ਼ਰੂਰੀ ਮੈਨੂੰ ਲੱਗਦੀ ਹੈ। ਵੈਸੇ ਤਾਂ ਕੇਜਰੀਵਾਲ ਸਾਹਿਬ ਨੇ ਗੁਜਰਾਤ ਦੀ ਇਲੈਕਸ਼ਨ ਨੂੰ ਲੈ ਕੇ ਆਪਣਾ ਸਿਖਰਲਾ ਦਾਅ ਖੇਡਤਾ, ਨੋਟਾਂ ਦੇ ਉੱਤੇ ਧਾਰਮਿਕਤਾ ਔਰ ਇਸ ਤਰ੍ਹਾਂ ਦੀ ਰਾਜਨੀਤੀ, ਜਿਹੜੀ ਰਾਜਨੀਤੀ ਸਿਰਿਓਂ ਹੀ ਦੂਜੀ ਧਿਰ ਦੀ ਸੀ ਮੰਨੀ ਜਾਂਦੀ, ਉਹਨੂੰ ਅਪਣਾ ਨਹੀਂ ਲਿਆ, ਉਤੋਂ 4 ਕਦਮ ਅੱਗੇ ਹੋ ਕੇ ਉਹਨੂੰ ਅਪਣਾਇਆ, ਉਹ ਖੇਡੀ। ਪਹਿਲਾਂ ਤਾਂ ਇੰਜ ਲੱਗਦਾ ਸੀਗਾ ਕਿ ਕੇਜਰੀਵਾਲ ਕਾਂਗਰਸ ਦੀ ਸਪੇਸ ਖਾਣਗੇ। ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਨੂੰ ਅਹਿਸਾਸ ਹੋਇਆ ਕਿ ਉੱਥੇ ਇੰਨੇ ਨਾਲ ਗੱਲ ਨਹੀਂ ਬਣਨੀ, ਭਾਰਤੀ ਜਨਤਾ ਪਾਰਟੀ ਤੇ ਇੱਕ ਕਦਮ ਉੱਤੋਂ ਦੀ ਹੋ ਕੇ ਵਗਣਾ ਪੈਣਾ, ਫੇਰ ਗੱਲ ਬਣੂ। ਪੰਜਾਬ ਦੇ ਵਿੱਚ ਤਾਂ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਪੰਜਾਬੀ ਬੜੇ ਜ਼ੋਰ ਵਾਲੇ ਨੇ, ਮੂੰਹ ਜ਼ੋਰ ਨੇ, ਉਹਨਾਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ ਪੂਰੀ ਸਟੇਟ ਦਾ। ਪਰ ਪ੍ਰਧਾਨ ਮੰਤਰੀ ਦੀ ਕੁਰਸੀ 'ਚ ਪਹੁੰਚਣ ਤੋਂ ਪਹਿਲਾਂ ਜੇ ਗੁਜਰਾਤ ਦੇ ਮੁੱਖ ਮੰਤਰੀ ਦੀ ਕੁਰਸੀ ਮਿਲ ਜੇ ਤੇ ਉਹਦੇ ਨਾਲੋਂ ਸੌਖਾ ਰਸਤਾ ਕੋਈ ਨਹੀਂ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੋਂ ਦੀ ਵਾਇਆ ਗੁਜਰਾਤ ਹੀ ਆਉਂਦੇ। ਸੋ ਜਿਹੜੀ ਗੱਲ ਹੁਣ ਗੇਮ ਖੇਡੀ ਗਈ ਆ, ਇਹਦੇ ਵਿੱਚ ਕੁਝ ਰਿਪੋਰਟਾਂ ਆ ਰਹੀਆਂ, ਹਿਮਾਚਲ ਤਾਂ ਇਹ ਛੱਡ ਕੇ ਹਿਮਾਚਲ 'ਚ ਇਹ ਗਹਿ ਗੱਚ ਲੜਾਈ ਲੜ ਨਹੀਂ ਰਹੇ, ਪਰ ਗੁਜਰਾਤ ਦੇ ਵਿੱਚ ਕੇਜਰੀਵਾਲ ਸਾਹਿਬ ਕਾਂਗਰਸ ਲਈ ਕਾਫੀ ਸੰਕਟ ਖੜਾ ਕਰ ਰਿਹਾ। ਜਿਹੜੀ ਕਾਂਗਰਸ ਕਈ ਸੀਟਾਂ ਤੋਂ ਜਿੱਤਦੀ ਦਿਸ ਰਹੀ ਸੀ ਔਰ ਬੀਜੇਪੀ ਦੀ ਜਿੱਥੇ ਸੱਤਾ ਵਿਰੋਧੀ ਕਾਫੀ ਹਵਾ ਵੀ ਸੀਗੀ, ਉੱਥੇ ਕਾਂਗਰਸ ਦੀਆਂ ਵੋਟਾਂ ਨੂੰ ਖਿਲਾਰ ਕੇ ਖਰਾਬ ਕਰਕੇ ਬੀਜੇਪੀ ਨੂੰ ਇੱਕ ਤਰ੍ਹਾਂ ਦਾ ਫਾਇਦਾ ਹੋ ਜਾਊਗਾ, ਇਹ ਗੱਲਾਂ ਚੱਲਣ ਲੱਗ ਪਈਆਂ। ਕੋਈ ਫ੍ਰੈਂਡਲੀ ਮੈਚ ਤਾਂ ਨਹੀਂ, ਵੈਸੇ ਲੱਗਦਾ ਨਹੀਂ ਮੋਟੇ ਤੌਰ ਤੇ, ਪਰ ਸਿਆਸਤ ਵਿੱਚ ਕੁਝ ਵੀ ਜਾਇਜ਼ ਹੈ। ਇੱਕ ਟਿੱਪਣੀ ਤਾਂ ਦਿਓ ਜ਼ਰਾ। ਦੇਖੋ, ਵਿਚਾਰਧਾਰਕ ਤੌਰ ਤੇ ਤਾਂ ਫ੍ਰੈਂਡਲੀ ਮੈਚ ਵਰਗੀ ਪੋਜੀਸ਼ਨ ਹੈਗੀ ਹੈ, ਕਿਉਂਕਿ ਵਿਚਾਰਧਾਰਕ ਤੌਰ ਤੇ ਇੱਕੋ ਲੀ ਤੇ ਗੱਡੀ ਜਾ ਰਹੀ ਹੈ ਦੋਨਾਂ ਦੀ। ਔਰ ਮੈਨੂੰ ਤਾਂ ਲੱਗਦਾ ਕਿ ਜਿਹੜਾ 1951 ਦਾ ਪੀਪਲਜ਼ ਰਿਪਰੈਜ਼ੈਂਟੇਟਿਵ ਐਕਟ ਹੈ, ਲੋਕ ਪ੍ਰਤੀਨਿਧਤਾ ਕਾਨੂੰਨ ਹੈ, ਔਰ ਉਹਦੇ ਤਹਿਤ ਕਲੀਅਰ ਕੱਟ ਹੈ ਕਿ ਕੋਈ ਧਾਰਮਿਕ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਵੋਟ ਮੰਗੂਗਾ ਤਾਂ ਉਹਦੇ ਕੈਂਡੀਡੇਟ ਡਿਸਕੁਆਲੀਫਾਈ ਹੋ ਸਕਦੇ ਨੇ ਤੇ ਉਹ ਪਾਰਟੀ ਡਿਸਕੁਆਲੀਫਾਈ ਹੋ ਸਕਦੀ ਹੈ। ਮੈਨੂੰ ਨਹੀਂ ਲੱਗਦਾ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਜਾਂ ਕਿਸ ਲੈਵਲ ਦੀ ਗੱਲ ਹੈ। ਸਾਡੇ ਨਾਰਮਲੀ ਸਾਡੇ ਸਾਰੇ ਕਿਤੇ ਉਹ ਧਾਰਮਿਕਤਾ ਚੱਲਦੀ ਹੈ ਤੇ ਫਿਰ ਵੀ ਕੋਈ ਕੁਝ ਨਹੀਂ ਕਹਿੰਦਾ, ਔਰ ਇੰਨੀਆਂ ਬਿਆਨਾਂ, ਇੰਨੇ ਵੀਡੀਓ, ਇੰਨਾ ਸਾਰਾ ਕੁਝ ਆ ਰਿਹਾ, ਤੇ ਜੇ ਇਹ ਸੈਂਟੀਮੈਂਟ ਭੜਕਾਉਣਾ ਨਹੀਂ ਹੈ, ਇੱਕ ਫਿਰਕੇ ਦੀਆਂ ਵੋਟਾਂ ਲੈਣਾ ਨਹੀਂ ਹੈ, ਤਾਂ ਇਦੋਂ ਹੋਰ ਕੀ ਹੋਊਗਾ ਧਾਰਮਿਕ ਆਧਾਰ ਤੇ ਉਸ ਲੈਵਲ ਦੀਆਂ ਵੋਟਾਂ, ਚਾਹੇ ਰਾਮ ਨਾਮ ਦੇ ਨਾਂ ਤੇ, ਚਾਹੇ ਕਾਸੇ ਤੇ, ਜਿਹੜੇ ਤੇ ਮਰਜ਼ੀ ਪਹਿਲਾਂ ਹੁੰਦਾ ਰਿਹਾ, ਚਾਹੇ ਅੱਜ ਹੁੰਦਾ ਰਿਹਾ ਕਿਸੇ ਮਾਮਲੇ ਦੇ ਵਿੱਚ। ਔਰ ਇਹ ਗੱਲ ਇੱਕ ਦੇਖਣ ਦਾ ਸਵਾਲ ਹੈ। ਪਰ ਨਾਲ ਦੀ ਨਾਲ ਜਿਹੜਾ ਇਹ ਸਵਾਲ ਹੈ ਕਿ ਬਿਲਕੁਲ ਗੁਜਰਾਤ ਦਾ ਜਿਹੜਾ ਏਜੰਡਾ ਸੀ ਪਿਛਲੀ ਇਲੈਕਸ਼ਨ ਦਾ, ਔਰ ਬੜੇ ਵੱਡੇ ਪੱਧਰ ਤੇ ਸੀ ਕਿ ਐਤਕੀ ਪਹਿਲੀ ਵਾਰ ਜ਼ੋਰ ਜਮਾਈ ਹੋ ਰਹੀ ਸੀ। 182 ਮੈਂਬਰੀ ਵਿਧਾਨ ਸਭਾ ਦੇ ਵਿੱਚੋਂ 22 ਸੀਟਾਂ ਦਾ ਫਰਕ ਸੀ, 99 ਮਿਲੀਆਂ ਸੀ ਬੀਜੇਪੀ ਨੂੰ, 77 ਮਿਲੀਆਂ ਸੀ ਕਾਂਗਰਸ ਨੂੰ, ਔਰ ਸ਼ਹਿਰੀ ਵੋਟ ਨੇ ਬੀਜੇਪੀ ਨੂੰ ਬਚਾਇਆ ਥੋੜਾ ਜਿਹਾ, ਬਾਵਜੂਦ ਇਹਦੇ ਵੀ ਕਿ ਨਾਰਾਜ਼ਗੀ ਦੇ ਪੇਂਡੂ ਲਗਭਗ ਵੱਡੇ ਪੈਮਾਨੇ ਤੇ ਪੇਂਡੂ ਸੀਟਾਂ ਤੇ ਕਾਂਗਰਸ ਦਾ ਸੀ। ਔਰ ਇਸ ਵਾਰ ਵੀ ਚਾਹੇ, ਕਿਉਂਕਿ ਉਧਰ ਇੱਕ ਰਾਹੁਲ ਗਾਂਧੀ ਦੀ ਪੈਰਲਲ ਜਿਹੜੀ ਯਾਤਰਾ ਆ ਗਈ ਭਾਰਤ ਜੋੜੋ, ਜੇ ਉਹ ਯਾਤਰਾ ਮੈਨੂੰ ਲੱਗਦਾ ਗੁਜਰਾਤ ਦੇ ਵਿੱਚ ਫੋਕਸ ਕਰਕੇ ਗੱਲ ਹੋਈ, ਇਹ ਠੀਕ ਹੈ ਕਿ ਸ਼ਾਇਦ ਵੱਡੇ ਪੱਧਰ ਤੇ ਉਹਦਾ ਅਸਰ ਕੁਝ ਹੋਰ ਹੋਵੇ, ਪਰ ਜੇ ਇੰਨੇ ਹੀ ਬੰਦੇ ਕਾਂਗਰਸੀ ਚੱਲ ਕੇ ਗੁਜਰਾਤ ਦੇ ਵਿੱਚ ਫੋਕਸ ਕਰਕੇ ਇਲੈਕਸ਼ਨ ਕੰਪੇਨ ਕਰਦੇ ਤਾਂ ਸ਼ਾਇਦ ਰਿਜ਼ਲਟ ਹੋਰ ਹੋਣਾ ਸੀ, ਰਿਜ਼ਲਟ ਉਹਦਾ ਵੀ, ਇਲੈਕਸ਼ਨ ਕੰਪੇਨ ਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਵੀ ਬੀਜੇਪੀ ਨੇ ਕਾਫੀ ਬੰਦੇ ਇੱਧਰ ਉੱਧਰ ਚਲੇ ਗਏ, 22 ਇਲੈਕਸ਼ਨਾਂ ਹੋ ਗਈਆਂ, ਕੁਝ ਬੰਦਾ ਪਾਲਾ ਬਦਲ ਗਏ, 111 ਸੀਟਾਂ ਹੁਣ ਬੀਜੇਪੀ ਦੀਆਂ ਨੇ ਉੱਥੇ। ਇਸ ਤੇ ਕੇਜਰੀਵਾਲ ਦੀ ਪਾਰਟੀ ਦੀ ਕੋਈ ਵੋਟ ਮਤਲਬ ਸੀਟ ਨਹੀਂ ਸੀ ਪਿਛਲੇ ਵਾਰੀ ਵੀ। ਈਵਨ ਉੱਤਰਾਖੰਡ ਚ ਵੀ ਕਿੰਨੀਆਂ 4.5% ਵੋਟ ਮਿਲੀ ਹੈ, 6.5%, 4.5% ਉਧਰ ਗੋਆ ਚ ਮਿਲੀ ਹੈ, ਤੇ ਬਾਕੀ ਸਾਰੇ ਸੂਬਿਆਂ ਨੇ ਨਹੀਂ ਉਹ ਗੱਲ ਕੀਤੀ ਜਿਵੇਂ ਪੰਜਾਬ ਚੱਕੇ ਹੋਇਆਂ ਨੇ, ਲੋਕਾਂ ਨੇ ਵੋਟਾਂ ਪਾਤੀਆਂ ਸੀ ਬਾਕੀ ਪਾਰਟੀਆਂ ਤੋਂ। ਇਸ ਲਈ ਗੁਜਰਾਤ ਦੇ ਵਿੱਚ ਵੀ ਹੁਣ ਤਿਕੋਨੀ ਲੜਾਈ ਜੇਕਰ ਬਣਦੀ ਹੈ ਤਾਂ ਬਿਨਾਂ ਸ਼ੱਕ ਲੱਗਦਾ ਹੈ ਕਿ ਬੀਜੇਪੀ ਨੂੰ ਫਾਇਦਾ ਹੋਊਗਾ, ਕਿਉਂਕਿ ਤਿਕੋਨੀ ਲੜਾਈ 'ਚ ਜਿਹੜੀ ਮਾੜੀ ਮੋਟੀ ਐਂਟੀ ਇਨਕੰਬੈਂਸੀ ਹੈ, ਜਿਹੜੀ ਜੇ ਇੱਕ ਦੋਨੋਂ ਧਿਰਾਂ ਵੱਡੀਆਂ ਖੜੀਆਂ ਹੁੰਦੀਆਂ ਨੇ, ਇੱਕ ਨੂੰ ਭੁਗਤ ਜਾਣੀ ਹੋ ਜਾਂਦੀ ਹੈ, ਤਾਂ ਆਟੋਮੈਟਿਕਲੀ ਜੇ ਰਸਤੇ 'ਚ ਰੁਕ ਜਾਂਦੀ ਹੈ ਉਹ ਵੋਟ ਕਿਸੇ ਹੋਰ ਮਾਮਲੇ ਦੇ ਵਿੱਚ ਕਿਸੇ ਖੜ ਜਾਂਦੀ ਹੈ ਤਾਂ ਉਸ ਨੂੰ ਫਾਇਦਾ ਹੋ ਜਾਂਦਾ, ਜਿਹੜੀ ਸਥਾਪਤੀ ਵਾਲੀ ਧਿਰ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਹਿੰਦੂਤਵੀ ਏਜੰਡੇ ਦੇ ਉੱਤੇ ਦੋਨਾਂ 'ਚ ਕੋਈ ਨਹੀਂ, ਨਾ ਬਿਲਕਿਸ ਬਾਨੋ ਤੇ ਇਹਨਾਂ 'ਚੋਂ ਕੋਈ ਬੋਲਿਆ, ਨਾ ਦਿੱਲੀ ਦੇ ਵਿੱਚ ਕਦੇ ਬੋਲਿਆ, ਨਾ ਜਿੰਨੇ ਬੁੱਧੀਜੀਵੀ ਅੰਦਰ ਨੇ, ਨਾ ਕੇਜਰੀਵਾਲ ਹੋਣੀ ਉਹਨਾਂ 'ਚੋਂ ਕਦੇ ਬੋਲੇ ਨੇ। ਇਹਨਾਂ ਗੱਲਾਂ ਤੇ ਕਲੈਰਿਟੀ ਲੱਗਦੀ ਹੈ ਮੇਰੇ ਖਿਆਲ ਹੈ ਪਾਲਿਸੀ ਲੈਵਲ ਦੇ ਉੱਤੇ।
ਚਾਹੇ ਉਹ ਜਾਣ ਕੇ ਹੋਵੇ, ਚਾਹੇ ਅਣਜਾਣੇ ਹੋਵੇ, ਚਾਹੇ ਅਪਰੋਚ। ਹਾਲਾਂਕਿ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਵਿਚਾਰਧਾਰਕ ਦੌਰ ਖਤਮ ਹੋ ਚੁੱਕਿਆ ਹੈ, ਹੁਣ ਪ੍ਰੈਗਮੈਟਿਕ ਪੋਲਿਟਿਕਸ ਕਰੋ। ਪ੍ਰੈਗਮੈਟਿਕ ਦਾ ਉਹਨਾਂ ਦਾ ਫਾਰਮੂਲਾ ਇਹ ਹੈ ਵੀ ਜੋ ਗੱਲ ਗੁਜਰਾਤ ਫਿੱਟ ਆਉਂਦੀ ਆ ਉੱਥੇ ਉਹ ਜੜ ਦੋ, ਜੋ ਹਿਮਾਚਲ ਚ ਆਉਂਦੀ ਆ ਉਹ ਲਾ ਦੋ, ਜੋ ਪੰਜਾਬ ਚ ਭਗਤ ਸਿੰਘ ਤੇ ਅੰਬੇਦਕਰ ਆਉਂਦੇ ਨੇ ਉਹ ਲਾ ਦੋ, ਉੱਥੇ ਲక్ష్ਮੀ ਤੇ ਬਾਕੀ ਜਿਹੜੇ ਵੀ ਧਾਰਮਿਕ ਸਿੰਬਲ ਜਾਂਦੇ ਨੇ ਉੱਥੇ ਉਹ ਲਾ ਦੋ। ਉਹ ਸਾਰੀਆਂ ਚੀਜ਼ਾਂ ਨੇ। ਬਾਕੀ ਤੁਸੀਂ ਦੇਖੋ ਕਿ ਕਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ। ਔਰ ਜਿਹੜਾ ਇਹ ਕਹਿਣਾ ਨਾ ਕਿ ਵਿੱਤੀ ਤੌਰ ਤੇ ਹਾਲਤ ਖਰਾਬ ਹੈ, ਜੀ ਹੋ ਸਕਦਾ ਲక్ష్ਮੀ ਦੀ ਪੂਜਾ ਨਾਲੇ ਬਜਟ ਠੀਕ ਹੋ ਜੇ, ਇਹ ਕਿਹੜਾ ਮੈਥਡ ਹੈ? ਕਿੱਧਰ ਨੂੰ ਲਿਜਾਇਆ ਜਾ ਰਿਹਾ ਹੈ ਮਤਲਬ ਦੇਸ਼ ਨੂੰ ਉਸ ਮਾਮਲੇ ਦੇ ਪਾਸੇ ਕਿ ਸੋਚੋ ਹੀ ਨਾ ਕੁਝ ਵੀ, ਕੋਈ ਪਲਾਨਿੰਗ ਤੁਹਾਡੇ ਕੋਲ ਅਲਟਰਨੇਟਿਵ ਨਹੀਂ। ਜਿਹੜੀ ਕਾਫੀ ਦੇ ਕੱਪ ਤੇ ਦੱਸਣਾ ਹੈ ਪ੍ਰਧਾਨ ਮੰਤਰੀ ਨੂੰ ਹਰ ਚੀਜ਼ਾਂ, ਉਹ ਚੀਜ਼ਾਂ ਗੁਜਰਾਤ ਦੇ ਲੋਕਾਂ ਨੂੰ ਦੱਸ ਦਿਓ ਪ੍ਰੈਕਟੀਕਲੀ ਪਹਿਲਾਂ, ਤਾਂ ਕਿ ਉਹਨਾਂ ਨੂੰ ਯਕੀਨ ਹੋ ਜੇ ਕਿ ਤੁਹਾਡੇ ਕੋਲ ਇੱਕ ਅਲਟਰਨੇਟਿਵ ਏਜੰਡਾ ਹੈਗਾ, ਅਲਟਰਨੇਟਿਵ ਪਾਲਿਸੀ ਹੈਗੀ ਹੈ, ਇੱਕ ਰੋਡ ਮੈਪ ਹੈਗਾ, ਤਾਂ ਕਿ ਲੋਕ ਜਾਗਰੂਕ ਹੋ ਜਾਣ। ਪਹਿਲਾਂ ਗੁਜਰਾਤ ਮਾਡਲ ਨੇ ਬਹੁਤ ਪੰਗਾ ਪਾਇਆ ਪੂਰੇ ਦੇਸ਼ 'ਚ, ਲੋਕਾਂ ਨੂੰ ਲੱਗਿਆ ਗੁਜਰਾਤ ਬਹੁਤ ਟੌਪ ਤੇ ਹੈ, ਤੇ ਹੁਣ ਗੁਜਰਾਤ 'ਚ ਤੁਸੀਂ ਕਹਿੰਦੇ ਹੋ ਹੈ ਹੀ ਕੁਝ ਨਹੀਂ। ਗੁਜਰਾਤ 'ਚ ਲੋਕ ਸ਼ਰਾਬ ਜਾਲੀ ਪੀ ਕੇ ਮਰ ਰਹੇ ਨੇ, ਗੁਜਰਾਤ ਦਾ ਬੇਰੁਜ਼ਗਾਰੀ ਦਾ ਲੈਵਲ ਸਭ ਤੋਂ ਜ਼ਿਆਦਾ ਹੈ, ਗੁਜਰਾਤ ਦਾ ਪਿੰਡ ਦੇ ਬੰਦੇ ਦੀ ਦਿਹਾੜੀ ਆਮ ਕਿੰਨੀਆਂ ਸਟੇਟਾਂ ਨਾਲੋਂ ਘੱਟ ਹੈ। ਕਿੰਨੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਉਹਨਾਂ ਚੀਜ਼ਾਂ ਤੇ ਮੇਰੇ ਖਿਆਲ ਹੈ ਹੈਲਦੀ ਸਿਹਤਮੰਦ ਡਿਬੇਟ ਨਹੀਂ ਹੋ ਰਹੀ। ਔਰ ਬਾਕੀ ਤਾਂ ਦੇਖਣਗੇ, ਹਜੇ ਤਾਂ ਖੈਰ ਉੱਥੇ ਵੋਟਾਂ ਦੀ ਅਨਾਉਂਸਮੈਂਟ ਵੀ ਨਹੀਂ ਹੋਈ, ਡੇਟ ਕਦੋਂ ਨੂੰ ਆਉਣੀ ਹੈ। ਔਰ ਜਿੰਨਾ ਜੀ ਜੋ ਤਾਂ ਲੱਗਿਆ, ਔਰ ਪੰਜਾਬ ਦਾ ਵੀ ਲੱਗਿਆ, ਪੰਜਾਬ ਦੀ એનર્ਜੀ, ਪੰਜਾਬ ਦੇ ਜਹਾਜ਼, ਪੰਜਾਬ ਦੇ ਚੀਫ ਮਿਨਿਸਟਰ ਦਾ ਟੋਟਲ ਗਿਆਨ, ਉੱਥੇ ਹੀ ਨਾ ਫੋਕਸ ਕਰ ਲਓ ਭਾਈ ਸਾਹਿਬ। ਪੰਜਾਬੀਆਂ ਨੂੰ ਵੀ ਚਾਹੀਦਾ ਮਾੜਾ ਮੋਟਾ ਵੋਟ ਦਿਓ, ਜਦੋਂ ਚੋਣਾਂ ਹੋਣਗੀਆਂ ਉਦੋਂ ਲੈ ਜਿਓ, ਜਦੋਂ ਫੇਰ ਕਿਤੇ ਹੋਏਗੀ। ਲੱਗਦਾ ਹੈ ਵੀ ਇਹ ਅਜੇ ਛੇਤੀ ਹੋ ਜੂ। ਵੈਸੇ ਇਧਰਲੇ ਬੰਨੇ ਤੇ ਪ੍ਰਕਿਰਿਆ ਸਿਰੇ ਚੜਨ ਵਾਲੀ, ਹਿਮਾਚਲ 'ਚ ਚੋਣ ਕਮਿਸ਼ਨ ਰੜਕਿਆ ਨਹੀਂ, ਗੁਜਰਾਤ ਦੀ ਕੋਈ ਅਨਾਉਂਸਮੈਂਟ ਨਹੀਂ ਹੋਈ। ਮੈਨੂੰ ਲੱਗਦਾ ਸੱਤਾਧਾਰੀਆਂ ਜੇ ਕੋਈ ਨਾ ਕੋਈ ਉੱਥੇ ਹੋਰ ਅਨਾਉਂਸਮੈਂਟ ਕਰਨੀ ਹੋਣੀ ਹੈ। ਬਹੁਤ ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ।